तिलक जंजू राखा प्रभता का कीनो बड़ो कलू महसा का साधन खेत तीजिन करी शीस दिया पर सीना उचरी धर्म हेत साका जिन किया शीस दिया पर सिरड़ न दिया शीस दिया पर सिरड़ न दिया शीस दिया पर सिरड़ न दिया। तिलक जंजूरा का प्रभुता का तिलक जंजूरा का प्रभुता का कीनो बड़ो कलू महसा का कीनो बड़ो कलू महसा का साधन हेत इति जिन करी साधन हेत इति जिन करी शीस दिया पर सीना उचरी शीस दिया पर सीना उचरी धर्म हेत साका जिन किया धर्म हेत साका जिन किया शीस दिया पर सिरड़ न दिया 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 कर्म हेत साका जिन किया धर्म 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 हेत साका जिन किया। इतिहास कौमां दी जिंद जान होया करदा है। जो कौमां अपने इतिहास नूं भुल जांदियां ने ਉਹ ਦੁਨੀਆ ਦੇ ਨਕਸ਼ੇ ਤੋਂ ਹਮੇਸ਼ਾ ਲਈ ਅਲੋਪ ਹੋ ਜਾਂਦੀਆਂ ਨੇ। ਇਸੇ ਲਈ ਸਮੁੱਚੀ ਸਿੱਖ ਕੌਮ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਆਪਣੇ ਇਤਿਹਾਸ ਨੂੰ ਵੀ ਯਾਦ ਕਰਦੀ ਹੈ। ਰੋਜ਼ਾਨਾ ਅਰਦਾਸ ਕਰਦਿਆਂ ਇਹ ਦੁਹਰਾਇਆ ਜਾਂਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸੇ ਸਿੱਖ ਇਤਿਹਾਸ ਵਿੱਚੋਂ ਇੱਕ ਗਾਥਾ ਸੁਣਾਉਣ ਲਈ ਮੈਂ ਇੱਥੇ ਹਾਜ਼ਰ ਹੋਇਆ ਹਾਂ। ਸਿੱਖ ਇਤਿਹਾਸ ਦੇ ਪੰਨੇ ਮਾਸੂਮ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਨੇਜ਼ਿਆਂ ਤੇ ਟੰਗ ਦਿੱਤਾ ਗਿਆ, ਟੋਟੇ ਟੋਟੇ ਕਰਕੇ ਮਾਵਾਂ ਦੀਆਂ ਝੋਲੀਆਂ ਵਿੱਚ ਪਾ ਦਿੱਤਾ ਗਿਆ। ਤੇ ਇਸੇ ਖੇਡਣ ਦੀ ਉਮਰੇ ਉਹ ਮੁਗਲ ਸਿਪਾਹੀ ਉਸ ਮਾਸੂਮ ਬੱਚੇ ਨੂੰ ਪਕੜ ਕੇ ਲਿਜਾ ਰਹੇ ਨੇ, ਕੋੜੇ ਮਾਰ ਕੇ ਉਸ ਦੇ ਜਿਸਮ ਵਿੱਚੋਂ ਲਹੂ ਕੱਢ ਰਹੇ ਨੇ। ਸੁਣੋ ਤਾਂ ਸਹੀ ਉਹ ਕੀ ਕਹਿ ਰਹੇ ਨੇ। ਤੂੰ ਚੋਰ ਹੈ ਵਾਹਿਗੁਰੂ, ਤੂੰ ਡਾਕੂ ਹੈ ਵਾਹਿਗੁਰੂ, ਤੂੰ ਬਾਗੀ ਹੈ ਵਾਹਿਗੁਰੂ, ਤੂੰ ਦਹਿਸ਼ਤਗਰਦ ਹੈ ਵਾਹਿਗੁਰੂ। ਹੋਰ ਦੱਸ ਤੇਰੇ ਨਾਲ ਕੌਣ ਕੌਣ ਸੀ ਤੇ ਉਹ ਜਿਹੜਾ ਭੱਜ ਗਿਆ ਉਹਦਾ ਨਾਂ ਕੀ ਹੈ? ਛੇਤੀ ਛੇਤੀ ਦੱਸ, ਨੇ ਹੱਡੀ ਪਸਲੀ ਤੋੜ ਦਿਆਂਗੇ। ਨਹੀਂ ਦੱਸਾਂਗਾ, ਨਹੀਂ ਦੱਸਾਂਗਾ, ਨਹੀਂ ਦੱਸਾਂਗਾ। ਉਹ ਕਰਮਦੀਨ, ਇਹਨੇ ਐ ਨਹੀਂ ਦੱਸਣਾ। ਇਸ ਤੇ ਪਟਾ ਚਾੜ, ਇਹਦੇ ਚੱਡੇ ਪਾੜ, ਫਿਰ ਇੱਕ ਤਾਂ ਕੀ ਇਹ ਚਾਰ ਬਾਗੀਆਂ ਦੇ ਨਾਂ ਦੱਸੇਗਾ। ਪਰ ਨਾ ਤਾਂ ਇਹ ਬੱਚਾ ਕੋਈ ਚੋਰ ਹੈ, ਨਾ ਕੋਈ ਡਾਕੂ ਹੈ, ਨਾ ਕੋਈ ਲੁਟੇਰਾ, ਤੇ ਨਾ ਹੀ ਕੋਈ ਦਹਿਸ਼ਤਗਰਦ। ਇਹ ਤਾਂ ਬਸ ਆਪਣੇ ਗੁਰੂ ਦਾ ਸਿੱਖ ਹੈ। ਹਾਂ, ਜ਼ੁਲਮ ਦੇ ਖਿਲਾਫ ਰੋਹ ਵਿੱਚ ਆ ਕੇ ਇੱਕ ਗੁਸਤਾਖੀ ਕੀਤੀ ਹੈ ਇਸਨੇ। ਪਤਾ ਹੈ ਕੀ? ਆਓ ਤੁਹਾਨੂੰ ਮੈਂ ਇਹ ਕਹਾਣੀ ਸੁਣਾਉਂਦਾ ਹਾਂ ਤੇ ਲੈ ਚੱਲਦਾ ਹਾਂ ਉਸ ਸਮੇਂ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ, ਔਰੰਗਜ਼ੇਬ ਦੀ ਹਕੂਮਤ। ਆਓ ਚੱਲਦੇ ਹਾਂ ਔਰੰਗਜ਼ੇਬ ਦੇ ਦਰਬਾਰ ਵਿੱਚ।
अकबर अल्लाहू अकबर अल्लाह। हजूर दा इकबाल बुलंद रहे। आओ काजी मुल्क आओ। काजी साहब, ਅਸੀਂ ਤੁਹਾਡੇ ਨਾਲ ਇੱਕ ਮਸ਼ਵਰਾ ਕਰਨਾ ਚਾਹੁੰਦੇ ਹਾਂ। इस इज्जत अफजाई ਲਈ शुक्रिया जनाब। ਕਾਜ਼ੀ ਸਾਹਿਬ, ਮੈਂ ਮੁਗਲਿਆ ਹਕੂਮਤ ਦੇ ਸ਼ਮਾਲ ਤੋਂ ਲੈ ਕੇ ਜਨੂਬ ਤੱਕ, ਮਗਰਬ ਤੋਂ ਲੈ ਕੇ ਮਸ਼ਰਕ ਤੱਕ ਹਰ ਬਸ਼ਰ ਨੂੰ ਮੁਸਲਮਾਨ ਵੇਖਣਾ ਚਾਹੁੰਦਾ ਤੇ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਬਣਾਉਣਾ ਚਾਹੁੰਦਾ। ਗੋਇਆ ਕਿ ਕਾਫਰ ਹਿੰਦੂ ਭਾਰੀ ਗਿਣਤੀ ਵਿੱਚ ਨੇ। ਇਹਨਾਂ ਨੂੰ ਇਸਲਾਮੀ ਪਰਚਮ ਥੱਲੇ ਲਿਆਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਕਾਜ਼ੀ ਸਾਹਿਬ? वाह, हजूर दा हुक्म सुनदे ही मेरे दिमाग विच कई मनसूबे गर्दिश करन लग पए ने। ਕੀ ਮਨਸੂਬੇ ਨੇ ਕਾਜ਼ੀ ਸਾਹਿਬ? ਜ਼ਰਾ ਦੱਸੋ ਤਾਂ ਸਹੀ। ਹਜ਼ੂਰ, ਇਹਨਾਂ ਕਾਫਰਾਂ ਨੂੰ ਮੁਸਲਮਾਨ ਬਣਾਉਣ ਲਈ ਸ਼ਰਈ ਕਾਨੂੰਨ ਸਖਤੀ ਨਾਲ ਲਾਗੂ ਕਰ ਦਿੱਤਾ ਜਾਏ ਤੇ ਸ਼ਰਈ ਕਾਇਦੇ ਮੁਤਾਬਕ ਇਹਨਾਂ ਕਾਫਰ ਹਿੰਦੂਆਂ ਦੇ ਜਨੇਊ ਲਾ ਦਿੱਤੇ ਜਾਣ, ਤਿਲਕ ਮਿਟਾ ਦਿੱਤੇ ਜਾਣ, ਮੂਰਤੀਆਂ ਤੋੜ ਦਿੱਤੀਆਂ ਜਾਣ ਤੇ ਮੰਦਰ ਢਾ ਦਿੱਤੇ ਜਾਣ ਤੇ ਢਾਏ ਹੋਏ ਮੰਦਰਾਂ ਦੀ ਥਾਂ ਤੇ ਆਲੀ ਸ਼ਾਨ ਮਸਜਿਦਾਂ ਤਾਮੀਰ ਕਰ ਦਿੱਤੀਆਂ ਜਾਣ। ਬਹੁਤ ਖੂਬ। ਤਾਂ ਕਿ ਮੰਦਰਾਂ ਵਿੱਚ ਵੱਜਦੇ ਸੰਗੀਤ ਨੂੰ ਹਮੇਸ਼ਾ ਹਮੇਸ਼ਾ ਲਈ ਦਫਨ ਕਰ ਦਿੱਤਾ ਜਾਏ ਤੇ ਪੂਰੇ ਹਿੰਦੁਸਤਾਨ ਵਿੱਚ ਸਿਰਫ ਅਜ਼ਾਨ ਹੀ ਅਜ਼ਾਨ ਸੁਣਾਈ ਦੇਵੇ। ਹਜ਼ੂਰ, ਇਹਨਾਂ ਨੂੰ ਲਾਲਚ ਦਿੱਤਾ ਜਾਏ, ਡਰਾਇਆ ਜਾਏ, ਧਮਕਾਇਆ ਜਾਏ, ਜ਼ਲੀਲ ਕੀਤਾ ਜਾਏ। ਬੇਸ਼ੱਕ ਇਹਨਾਂ ਦੀਆਂ ਬਹੂ ਬੇਟੀਆਂ ਨੂੰ ਬੇਪਰਦ ਕੀਤਾ ਜਾਏ, ਪਰ ਇਹਨਾਂ ਨੂੰ ਦੀਨ ਇਸਲਾਮ ਜ਼ਰੂਰ ਕਬੂਲ ਕਰਾਇਆ ਜਾਏ ਤੇ ਹਜ਼ੂਰ ਜੋ ਇਨਕਾਰ ਕਰੇ ਉਸ ਨੂੰ ਤਸ਼ੱਦਦ ਭਰੀ ਮੌਤ ਦੇ ਦਿੱਤੀ ਜਾਏ। ਅਮਲ ਕਤਲ व अमल इस्लाम। वाह वाह, तुसी ठीक फरमाया काजी साहब। हुण तलवार दी नोक ते काफरां नूं जन्नत दे दरवाजे दिखाए जाणगे। जी हजूर। हजूर, एक मशवरा होर। ओ की है काजी साहब? ਇਹਨਾਂ ਦੇ ਬੱਚਿਆਂ ਨੂੰ ਕਾਫਰਾਨਾ ਤਾਲੀਮ, ਤਹਿਜ਼ੀਬ ਤੇ ਮਾਦਰੀ ਜ਼ੁਬਾਨ ਤੋਂ ਮਹਿਰੂਮ ਕਰ ਦਿੱਤਾ ਜਾਏ। ਉਹ ਕਿਸ ਤਰ੍ਹਾਂ ਕਾਜ਼ੀ ਸਾਹਿਬ? ਹਜ਼ੂਰ, ਇਹਨਾਂ ਦੇ ਤਾਲੀਮੀ ਅਦਾਰੇ ਯਾਨੀ ਕਿ ਪਾਠਸ਼ਾਲਾਵਾਂ ਬੰਦ ਕਰ ਦਿੱਤੀਆਂ ਜਾਣ ਤਾਂ ਕਿ ਇਹ ਮਦਰਸਿਆਂ ਵਿੱਚ ਪੜ੍ਹਨ ਲਈ ਮਜਬੂਰ ਹੋ ਜਾਣ। ਠੀਕ ਹੈ ਕਾਜ਼ੀ ਸਾਹਿਬ। ਤੇ ਮਦਰਸਿਆਂ ਵਿੱਚ ਦੀਨੀ ਤਾਲੀਮ ਦੇ ਨਾਲ ਨਾਲ ਇਸਲਾਮੀ ਪਹਿਰਾਵਾ ਵੀ ਸਖਤੀ ਨਾਲ ਲਾਗੂ ਕਰ ਦਿੱਤਾ ਜਾਏ ਤੇ ਮਦਰਸਿਆਂ ਵਿੱਚ ਕਾਫਰਾਂ ਦੀ ਮਾਦਰੀ ਜ਼ੁਬਾਨ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਜਾਏ। ਜਦੋਂ ਇਹਨਾਂ ਦੀ ਨਵੀਂ ਪੀੜ੍ਹੀ ਆਪਣੀ ਮਾਤ ਭਾਸ਼ਾ ਭੁੱਲ ਗਈ, ਆਪਣੀ ਤਹਿਜ਼ੀਬ ਭੁੱਲ ਗਈ ਤੇ ਦੀਨੀ ਰੰਗ ਵਿੱਚ ਰੰਗੀ ਗਈ ਤੇ ਫਿਰ ਭਲਾ ਪੂਰੇ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਬਣਨ ਤੋਂ ਕੌਣ ਰੋਕ ਸਕਦਾ ਹੈ? वाह, कमाल दा मशवरा है काजी साहब। तुसी तां वाकई बहुत दूर अंदेशी शख्स हो। हुण हिंदुस्तान नू दारुल इस्लाम बनन तो कोई नहीं रोक सकता, कोई नहीं। आमीन। सुनो 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 बादशाह हिंदा नवा फरमान सुनो। हिंदुआं ਲਈ हर किस्म ਦਾ ਜ਼ਕਾਤ ਦੁੱਗਣਾ ਕਰ ਦਿੱਤਾ ਗਿਆ ਹੈ ਤੇ ਮੁਸਲਮਾਨਾਂ ਲਈ ਜ਼ਕਾਤ ਅੱਧਾ ਕਰ ਦਿੱਤਾ ਗਿਆ ਹੈ। हिंदुओं उत्ते जजिया फिर तो ला दिता गया है। सुनो 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 सुनो
ਉਹ ਸਾਰੇ ਹਿੰਦੂ ਮੁਲਾਜ਼ਮ ਜਿਹੜੇ ਇਸਲਾਮ ਕਬੂਲ ਨਹੀਂ ਕਰਨਗੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ ਤੇ ਜਿਹੜੇ ਇਸਲਾਮ ਕਬੂਲ ਕਰਨਗੇ ਉਹਨਾਂ ਨੂੰ ਨੌਕਰੀਆਂ ਵਿੱਚ ਤਰੱਕੀਆਂ ਦਿੱਤੀਆਂ ਜਾਣਗੀਆਂ। ਮੁਸਲਮਾਨ ਬਣੇ ਹੋਏ ਕੈਦੀਆਂ ਦੀ ਸਜ਼ਾ ਵੀ ਮਾਫ ਕਰ ਦਿੱਤੀ ਜਾਵੇਗੀ। ਹੋਰ ਵੀ ਕਈ ਨਗਰ ਨਾ ਮਿਲਣਗੇ ਤੇ ਮਰਨ ਤੋਂ ਬਾਅਦ जन्नत भी नसीब होगी। सुनो 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 सुनो। बादशाह बहुत मुतस्सबी है, कोड़े खाने पैणगे कोड़े, धक्के मिलणगे धक्के। नहीं नहीं, बादशाह इस तरह नहीं कर सकता। आखिर उसने भी तो राज चलाउणा है। साडी गिनती उन्हां नालों हजारां गुणा वध है। वो साडी फरियाद नूं नजरअंदाज नहीं कर सकता। सानू फरियाद जरूर लेके जानी चाहिदी है। ਬਈ ਮੇਰਾ ਤਾਂ ਖਿਆਲ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਇਕੱਠੇ ਕਰਕੇ ਇੱਕ ਹਜੂਮ ਦੀ ਸ਼ਕਲ ਦੇ ਵਿੱਚ ਜਾਣਾ ਚਾਹੀਦਾ ਬਾਦਸ਼ਾਹ ਕੋਲ ਫਰਿਆਦ ਲੈ ਕੇ। ਕੀ ਖਿਆਲ ਹੈ? मैं तो कहना ठीक है। चलो 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 ਛੇਤੀ ਕਰੋ ਚਲੋ ਫਿਰ। ठहरो ठहरो, किधर जा रहे हो? हुजूर, साडे नाल नाइंसाफी हुई है, ਅਸੀਂ ਬਾਦਸ਼ਾਹ ਕੋਲੇ ਫਰਿਆਦ ਕਰਨਾ ਚਾਹੁੰਦੇ ਆ। ਨਾ ਕੀ ਨਾ ਇਨਸਾਫੀ ਹੋਗੀ ਤੁਹਾਡੇ ਨਾਲ? ਸਾਡੇ ਤੇ ਜਜ਼ੀਆ ਲਾ ਦਿੱਤਾ ਗਿਆ ਹੈ। ਸਾਡੀਆਂ ਪਾਠਸ਼ਾਲਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਹੁਣ ਸਾਡੇ ਬੱਚੇ ਕਿੱਥੇ ਪੜਨ ਜਾਣ ਬਈ? ਕੀ ਹੋਇਆ ਕਿ ਅਸੀਂ ਹਿੰਦੂ ਹਾਂ? ਹਾਂ ਤਾਂ ਇਨਸਾਨ ਹੀ, ਉਸ ਅੱਲਾਹ ਤਾਲਾ ਦੇ ਪੈਦਾ ਕੀਤੇ ਹੋਏ ਬੰਦੇ। ਸਾਨੂੰ ਇਨਸਾਫ ਚਾਹੀਦਾ ਹੈ। ਹਾਂ ਹਾਂ, ਸਾਨੂੰ ਇਨਸਾਫ ਚਾਹੀਦਾ ਹੈ। ਇਹ ਕਿਹੜੀ ਨਾ ਇਨਸਾਫੀ ਹੈ ਵੀ ਸਰਕਾਰ ਦੀ? ਕਾਫਰਾਂ ਲਈ ਇਸਲਾਮੀ ਰਾਜ 'ਚ ਇਹੀ ਇਨਸਾਫ ਹੈ। ਜੇ ਹਿੰਦੂ ਬਣ ਕੇ ਜਿਉਂਦੇ ਰਹਿਣਾ ਤਾਂ ਜਜ਼ੀਆ ਦੇਣਾ ਪਊ। ਦੇਖੋ ਮੇਰੀ ਗੱਲ ਮੰਨੋ, ਸਰਕਾਰ ਨਾਲ ਰਲ ਕੇ ਇਸਲਾਮ ਕਬੂਲ ਕਰ ਲਓ, ਇਸੇ 'ਚ ਤੁਹਾਡੀ ਭਲਾਈ ਹੈ। ਫਿਰ ਮੁਸਲਮਾਨ ਬਣਨ ਤੋਂ ਬਾਅਦ ਤਾਂ ਇੱਥੇ ਰਿਆਇਤਾਂ ਹੀ ਰਿਆਇਤਾਂ ਮਿਲਦੀਆਂ ਨੇ। ਛੱਡੋ ਹੋਲੀ ਦੀਵਾਲੀ ਦਾ ਖਹਿੜਾ, ਈਦ ਮਨਾਇਆ ਕਰੋ ਈਦ। ਆ ਮੇਰੇ ਵੱਲ ਵੇਖ ਲੋ ਬਈ, ਜਿਸ ਦਿਨ ਤੋਂ ਇਸਲਾਮ ਕਬੂਲ ਕੀਤਾ ਐਸ਼ ਪਏ ਕਰਦੇ ਆ। ਤੂੰ ਤਾਂ ਆਪਣਾ ਈਮਾਨ ਵੇਚ ਦਿੱਤਾ, ਪਰ ਅਸੀਂ ਆਪਣਾ ਈਮਾਨ ਨਹੀਂ ਵੇਚਾਂਗੇ। ਕੀ ਕਿਹਾ? ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬਾਦਸ਼ਾਹ ਕੋਲ ਫਰਿਆਦ ਕਰਕੇ ਜਾਵਾਂਗੇ। ਠੀਕ ਹੈ, ਬਾਹਰ ਜਾ ਕੇ ਬੈਠੋ। ਬਾਦਸ਼ਾਹ ਨੇ ਚਾਹਿਆ ਤਾਂ ਬੁਲਾ ਲਿਆ ਜਾਏਗਾ। ਜਾਓ दूर जाके बैठो। ना इंसाफी होगी ना नाल। हजूर दा इकबाल बुलंद रहे। कहो शेख। हजूर 8000 हिंदू फरियादी मिलना चाहते ने। की चाहते ने काफिर हिंदू? हजूर ये चाहते ने कि जजिया माफ कर दिता जाए। नहीं, बिल्कुल नहीं। मैं हर किस्म की ज़कात मुआफ कर सकता हूं, पर जजिया बिल्कुल नहीं। शेख, इन्हां काफरां दी भीड़ नूं हाथियां दे पैरां थल्ले लिताड़ दिता जाए। हजूर दे हुक्म दी तामील होवेगी। हाँ, ते एक गल होर, जजिए दी वसूली विच भी कोई कोताही नहीं होनी चाहिए। हजूर दे हुक्म दी तामील होवेगी। शेख, शरई नीतियां ते कायदे ते सख्ती नाल अमल किया जा रहा है कि नहीं? हजूर शरई नीति ते तां पूरी सख्ती नाल अमल किया जा रहा है। उड़ीसा ते गुजरात दे मंदिर ढा दिते गए ने। बहुत खूब। बनारस दा गोपीनाथ मंदिर ते केशवनाथ मंदिर नेस्तो नाबूद कर दिते गए ने। उन्हां दी थां ते आलीशान मस्जिदां तामीर कर दित्तियां गईयां ने। हजूर इकल्ले मेवाड़ विच 240 मंदिर सपुर्दे खाक कर दिते गए ने। उन्हां मंदिरां दियां मूर्तियां आगरे ले जाके बड़ी मस्जिद दी दहलीज विच दफन कर दित्तियां गईयां ने। बहुत खूब। ते शेख,
ਵਾਦੀਏ ਕਸ਼ਮੀਰ ਦੀ ਕੀ ਖਬਰ ਹੈ? ਹਜ਼ੂਰ, ਵਾਦੀਏ ਕਸ਼ਮੀਰ ਵਿੱਚ ਤਾਂ ਸ਼ਰਈ ਕਾਨੂੰਨ ਪਹਿਲਾਂ ਹੀ ਅਮਲ ਵਿੱਚ ਹੈ। ਹਜ਼ੂਰ, ਹਿੰਦੂਆਂ ਦੇ ਤਿਲਕ ਮਿਟਾਏ ਜਾ ਰਹੇ ਨੇ, ਜਨੇਊ ਲਾਏ ਜਾ ਰਹੇ ਨੇ, ਮੰਦਰ ਢਾਏ ਜਾ ਰਹੇ ਨੇ ਤੇ ਕਸ਼ਮੀਰੀ ਪੰਡਤਾਂ ਨੂੰ ਤਾਂ ਜਬਰੀ ਦੀਨ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ। ਹਜ਼ੂਰ, ਬਹੁਤ ਖੂਬ, ਸ਼ਾਬਾਸ਼ ਸ਼ੇਖ, ਸ਼ਾਬਾਸ਼। ਇਸ ਕੰਮ ਨੂੰ ਹੋਰ ਵੀ ਮੁਸਤੈਦੀ ਨਾਲ ਕੀਤਾ ਜਾਏ ਤੇ ਸਾਰੀ ਕਾਰਵਾਈ ਦੀ ਇਤਲਾ ਕਾਜ਼ੀ ਦੀ ਮੋਹਰ ਥੱਲੇ ਰੋਜ਼ਾਨਾ ਦਰਬਾਰ 'ਚ ਪੇਸ਼ ਕੀਤੀ ਜਾਏ। ਜੋ ਹੁਕਮ ਵਾਲੀ ਜਾਂ ਇਸੇ ਤਰ੍ਹਾਂ ਹੋਵੇਗਾ। श्री राम जय जय राम, श्री राम जय राम, श्री राम जय जय राम, श्री राम जय राम। हैं किहो जिहा हुलिया बनाया तुसी? पंडित हो के ना मत्थे ते तिलक ते ना गल विच माला। ਇਹ ਮੁਗਲਾਂ ਦਾ ਰਾਜ ਹੈ ਭਾਗਵਾਨ ਨੇ। ਇਹਨਾਂ ਦੇ ਰਾਜ ਵਿੱਚ ਤਾਂ ਹਿੰਦੂਆਂ ਦੇ ਸਾਹ ਸੁੱਕੇ ਹੋਏ ਨੇ। ਰਾਜ ਆਂਦੇ ਨੂੰ ਘੇਰ ਲੈਂਦੇ ਨੇ ਤੇ ਜਬਰੀ ਧਰਮ ਬਦਲੀ ਕਰਵਾ ਦਿੰਦੇ ਨੇ। ਫਿਰ ਜਾਨ ਬਚਾਉਣ ਵਾਸਤੇ ਬੰਦਾ ਭੇਸ ਨਾ ਬਦਲੇ ਤੇ ਹੋਰ ਦੱਸ ਕੀ ਕਰੇ। ਨਾ ਇਹਨਾਂ ਮੁਗਲ ਹਾਕਮਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂ। ਲਾਜਵੰਤੀ ਇਹਨਾਂ ਹਾਕਮਾਂ ਨੂੰ ਕਿਸਨੇ ਰੋਕਣਾ ਹੈ? ਖੱਤਰੀ ਜਿਨ੍ਹਾਂ ਨੇ ਗਊ ਗਰੀਬ ਦੀ ਰੱਖਿਆ ਕਰਨੀ ਸੀ, ਉਹਨਾਂ ਦੀ ਬਹਾਦਰੀ ਤਾਂ ਕਿਧਰੇ ਖੰਭ ਲਾ ਕੇ ਉੱਡਦੀ ਲੱਗਦੀ ਹੈ। ਫਿਰ ਦੱਸ ਆਪਾਂ ਕੀ ਕਰ ਸਕਦੇ ਹਾਂ? ਦੱਬ ਕੁੱਟ ਕੇ ਸਮਾਂ ਲੰਘਾ ਲਓ, ਬਸ ਇਸੇ ਵਿੱਚ ਹੀ ਆਪਣੀ ਭਲਾਈ ਹੈ। ਚੰਗਾ, ਮੈਂ ਕੋਈ ਜ਼ਰੂਰੀ ਕੰਮ ਜਾ ਕੇ ਹੁਣ ਹੀ ਆਇਆ। ਚੰਗਾ, मेरी गल सुन के जायो। माहौल बहुत खराब है, अपना ख्याल रखियो। नाले आ 2 मोहरा रख लो, जे सिपाही टक्कर जान तो दे लैके खेड़ा छुड़ा लियो। अज न्यू तो अंदर कर लो, बाहर ही दिसी जांदा है। चंगा चंगा, तू चिंता ना कर, मैं बस हुणी जाके ते हुणी आया वापस। पैरा ध्यान नाल दई, कोई काफर बच के नहीं जाना चाहिए। ओए बादशाह दा हुक्म है, इन्हां काफरां नूं जबरन मुसलमान बनाया जाए ते जेड़ा भी काफर इस्लाम ना कबूले उस नूं तां ओ करमदीन जी जनाब। इधर भज के। जी जनाब। ओ जेड़ा सामने राही तुरिया जांदा है, ओ हिंदू है या मुसलमान? जनाब मुसलमान है। ओए नहीं, हिंदू है। हिंदू? जनाब मैंने तो मुसलमान लगता है। ओए मेरा तजर्बा तेरे नालों ज्यादा। जा फड़ के ले उसनू। लो जनाब, हुणे गया तो हुणे आया। ए कल दे छोकरे की जानन काफर किंज फड़ी दे हैं। चलो गा तुर मार। चल कीता मैं क्यों फड़ी जा रहे हो मैनू? जनाब वो सिर ते हरा साफा बनया होया ते मुसलमानी दाढ़ी रखी हुई है ते तुसी किवें कहंदे हो कि हिंदू है? ओए तू कल दा छोकरा, नवी भर्ती, सरकार दे हुक्म तां तुहानू याद नहीं रहिंदे हैं? ओए बादशाह दा हुक्म है, 4 उंगल तो वध कोई दाढ़ी नहीं रख सकदा। एदी दाढ़ी तां मिण। लो जनाब, जनाब दाढ़ी ज्यादा लंबी है, तेरा गल च धागा जा पाया होया। धागा? हाँ जनाब। इसदा मतलब है हरा साफा बन के मुसलमान होने दा भुलेखा पा रहा। ओए धागा तां पक्का सबूत है पंडित होने दा। ओ करमदीन जी जनाब। मैनू इहदी धोती दा लड़ भी भारी भारी लगदा है, इहदी तलाशी लै। लो जनाब, हुणे लेना। ओ काटो जो कुछ भी तेरे कोल है, छेती काट। आ लो जनाब। मोरा देखिया फिर साडे तजर्बे दा करिश्मा। ओए होर तलाशी लै, हुण जो कुछ मिले तू रख ली। ओ काटो छेती, और जो कुछ भी है जल्दी काट। हजूर जो मेरे कोल जो कुछ सी मैं पहले ही तुहानू दे चुका। हुण रब दे वास्ते मैनू अपने घर जाण दो,
ਆਪਣੇ ਬੀਵੀ ਬੱਚਾ ਕੋਲ। ਲੱਗਦਾ ਬੀਵੀ ਬੱਚਿਆਂ ਦਾ। ਕਰਮਦੀਨ ਜੀ ਜਨਾਬ। ਇਹਦੇ ਪਟਾ ਚਾੜ ਤੇ ਇਹਨੂੰ ਕੋਠੜੀ ਬੰਦ ਕਰ ਦੇ। ਜਾ ਲੈ ਜਾ ਇਸ ਨੂੰ। ਚੱਲ ਓਏ ਅੱਗਾ ਤੇ ਜਨਾਬ ਲੈ ਜਾ ਇਹਨੂੰ। ਓਏ ਲੈ ਜਾ, ਮੇਰਾ ਮੂੰਹ ਕੀ ਦੇਖਦਾ ਹੈ? ਜਾ ਬੰਦ ਕਰ। ਜਨਾਬ ਲੈ ਜਾ ਫਿਰ। ਓਏ ਅੱਛਾ ਤੂੰ ਆਪਣੀਆਂ ਕਮੀਨੀਆਂ ਹਰਕਤਾਂ ਤੋਂ ਬਾਜ ਨਾ ਆਈ। ਆ ਫੜ ਆਪਣਾ ਹਿੱਸਾ, ਜਾ ਬੰਦ ਕਰ ਇਹਨੂੰ। ਚੱਲ ਓਏ ਚੱਲ ਗਾ ਤੂੰ ਮਾਰ। ਚੱਲ ਓਏ ਸਿੱਧਾ ਹੋ ਕੇ ਚੱਲ ਲੱਗਾ ਲੋ ਹੁੰਦਾ। ਚੱਲ ਕਾਫਰ ਪੰਡਤ ਫੜਿਆ, ਸਰਕਾਰ ਤੋਂ ਵੀ ਇਨਾਮ ਤਾਂ ਮਿਲੇਗਾ ਹੀ। ਇਲਮਦੀਨ ਇਹ ਕੀ ਮਾਜਰਾ? ਕੋਈ ਮਾਜ਼ਰਾ ਨਹੀਂ ਹਜੂਰ, ਕੋਈ ਮਾਜ਼ਰਾ ਨਹੀਂ ਹਜੂਰ। ਅੱਜ ਇੱਕ ਕਾਫਰ ਪੰਡਤ ਫੜਿਆ ਬੜੀ ਮੁਸ਼ਕਲ ਨਾਲ। ਬੜੀ ਮੁਸ਼ਕਲ ਨਾਲ? ਹਾਂ ਹਜ਼ੂਰ, ਸਿਰ ਤੇ ਹਰਾ ਸਾਫਾ ਬੰਨ ਕੇ ਮੁਸਲਮਾਨ ਹੋਣ ਦਾ ਭੁਲੇਖਾ ਪਾ ਰਿਹਾ ਸੀ। ਆਪਣੇ ਕਰਮਦੀਨ ਤੋਂ ਤਾਂ ਪਛਾਣਿਆ ਹੀ ਨਹੀਂ ਗਿਆ। ਮੈਨੂੰ ਉਹਦੀ ਲੰਬੀ ਦਾੜੀ ਤੇ ਸ਼ੱਕ ਪੈ ਗਿਆ। ਫੇਰ ਕੀ ਸੀ, ਜਾ ਕੇ ਫੜ ਲਿਆ ਧੌਣ ਤੋਂ। ਤਲਾਸ਼ੀ ਲੈਣ ਤੇ ਜਨੇਊ ਬਰਾਮਦ ਹੋਇਆ ਹਜ਼ੂਰ। ਸਿਰਫ ਜਨੇਊ? ਓਏ ਲੱਗਦਾ ਹੀ ਦਾ ਬਾਦਸ਼ਾਹ ਸਲਾਮਤ ਦਾ ਅਹਿਦ ਹੈ, 1.25 ਮਣ ਜਨੇਊ ਲਾ ਕੇ ਹੀ ਰੋਟੀ ਖਾਣੀ ਹੈ। ਓਏ ਆਪਣੇ ਥਾਣੇ ਨੂੰ ਰੋਜ਼ 80 ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਹੁਕਮ ਲੱਗਿਆ। ਅੱਧਾ ਦਿਨ ਬੀਤ ਗਿਆ, ਅਜੇ ਤੱਕ ਸਿਰਫ 8 ਹੀ ਹਿੰਦੂ ਫੜੇ ਗਏ ਨੇ। ਤੂੰ ਛੇਤੀ ਜਾ, ਇਹਨੂੰ ਕਾਜੀ ਸਾਹਿਬ ਕੋਲ ਪੇਸ਼ ਕਰ। ਮੈਂ ਹੁਣੇ ਜਾ ਰਿਹਾ ਹਜ਼ੂਰ, ਮੈਂ ਹੁਣੇ ਜਾ ਰਿਹਾ। ਰਾਮ ਹੈ ਪ੍ਰਾਗਦਾਸ, ਇਹ ਮੁਗਲ ਫੌਜ ਚ ਕਦੋਂ ਭਰਤੀ ਹੋ ਗਿਆ? ਬਚਪਨ ਚ ਮੇਰੇ ਨਾਲ ਖੇਡਦਾ ਵੀ ਰਿਹਾ ਹੈ। ਚਲ ਆਪਾਂ ਨੂੰ ਕੀ, ਆਪਾਂ ਨਿਕਲਦੇ ਆਂ। ਓਏ 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 ਅਦਰਾ, ਕੌਣ ਆ ਤੂੰ? ਓਏ ਪ੍ਰਾਗਦਾਸ? ਕਿਹੜਾ ਪ੍ਰਾਗਦਾਸ ਓਏ? ਮੈਂ ਤੇਰੇ ਬਚਪਨ ਦਾ ਦੋਸਤ ਰਾਮਾ। ਓਏ ਕਿਹੜਾ ਰਾਮਾ ਤੇ ਕਿਹੜਾ ਪ੍ਰਾਗਦਾਸ? ਮੈਂ ਦਰੋਗਾ ਇਸਲਾਮ ਯਾਰ। ਕੀ ਤੂੰ ਪੰਡਤ ਦੀਨਾਨਾਥ ਦਾ ਬੇਟਾ ਪ੍ਰਾਗਦਾਸ ਨਹੀਂ? ਦੇਖ ਓਏ, ਮੈਂ ਤੇਰਾ ਲਿਹਾਜ਼ ਕਰ ਰਿਹਾ। ਜੇ ਤੂੰ ਆਪਣੀ ਖੈਰੀਅਤ ਚਾਹੁੰਦਾ ਹੈ ਤਾਂ ਚਲਾ ਜਾ ਇੱਥੋਂ। ਦਰੋਗਾ ਇਸਲਾਮ ਯਾਰ ਆਪਣੇ ਫਰਜ਼ਾਂ ਤੇ ਸਖਤੀ ਨਾਲ ਪਹਿਰਾ ਦਿੰਦਾ। ਹੁਣੇ ਇੱਕ ਮੋਹਨ ਲਾਲ ਨੂੰ ਮੁਹੰਮਦ ਖਾਨ ਬਣਾਉਣ ਲਈ ਭੇਜਿਆ। ਕਿਤੇ ਤੈਨੂੰ ਵੀ ਰਾਮ ਲਾਲ ਤੋਂ ਰਾਮ ਦੀ ਨਾ ਬਣਾਉਣਾ ਪੈ ਜਾਏ। ਜਾ, ਚਲਾ ਜਾ ਇੱਥੋਂ। ਓਏ ਲੋਕ ਕੀ ਜਾਣਨ ਸਰਕਾਰ ਦੀਆਂ ਮਿਹਰਬਾਨੀਆਂ। ਪ੍ਰਾਗਦਾਸ ਰਾਮ ਲਾਲ ਦਾ ਯਾਰ ਦਰੋਗਾ ਇਸਲਾਮ ਯਾਰ ਕਿਵੇਂ ਬਣਿਆ? हजूर, काफिर हाजिर है। ये ना है तेरा? जी पंडित मोहनलाल। ओ पंडित मोहनलाल। देख मोहनलाल, जे खैरियत चाहना है तब मुसलमान बन जा, बड़े इनाम अकराम मिलेंगे, मरण तो बाद जन्नत भी नसीब होगी। हजूर, ਅਸੀਂ ਪੰਡਿਤ ਲੋਕ ਹੁੰਨੇ ਆ, ਰੱਬ ਦੇ ਵਾਸਤੇ ਮੇਰਾ ਧਰਮ ਭ੍ਰਿਸ਼ਟ ਨਾ ਕਰੋ, ਮੇਰੇ ਤੇ ਰਹਿਮ ਕਰੋ। रहम सिर्फ मोमन ते हो सकता है, काफर ते नहीं। इल्मदीन हजूर, इस नु पंडित होने दा मजा चखा। इस दी चौथी कट इस दी दाढ़ी भी कट, इस दे मुंह विच गोश्त ठोस। पंडित मोहनलाल। हे राम।
हे राम, हे राम, हे राम। लाजवंती हाय ये की हो गया? लाजवंती बड़ा जुल्म किया मेरे ते मुगला ने। मेरा धर्म भ्रिष्ट कर दिता ते मैं कुछ भी नहीं कर सकिया। ਇਹਦੇ ਨਾਲੋਂ ਤਾਂ ਚੰਗਾ ਹੁੰਦਾ ਕਿ ਸਾਨੂੰ ਮੌਤ ਆ ਜਾਂਦੀ, ਪਰ ਇਹ ਦਿਨ ਤਾਂ ਨਾ ਦੇਖਣੇ ਪੈਂਦੇ। ਪਤਾ ਨਹੀਂ ਇਹ ਹਾਕਮ ਸਾਨੂੰ ਜ਼ਬਰਦਸਤੀ ਮੁਸਲਮਾਨ ਕਿਉਂ ਬਣਾਉਣਾ ਚਾਹੁੰਦੇ ਨੇ। पर धर्मराज को लेखा तो इन्हां नूं एक दिन देना ही पाऊ, देना ही पाऊ। सवेरे जान लग्या तुहानूं किन्ना समझाया कि सिपाहियां दे मत्थे ना लग्गिओ। मैं तो बच के निकल चलिया सी भागवाने। उन्हां कसाईयां ने मगरों आके मैनू गर्दन तो फड़ लिया ते कोड़े मारने शुरू कर दिते। मैं बेबस की करदा। फिर मोहरा मारनियां सी उन्हां दे मत्थे। मोहरा तो उन्हां कसाईयां ने पहले ही खोलियां सी मेरे तो। मोहलाल, मोहलाल की गल हो गई? रामिया हाँ देखो इन्हां दा की हाल करता। साडे नाल भी पाड़ा बरतना सी। हौसला रख, हौसला रख मोहलाल। अज ही आपां किसे पासे फरियाद लेके जान दी सलाह करदे आ। फरियाद लेके जावांगे किथे रामिया? हाकम तक कसाई बने बैठे ने। राजपूत राजे को जाया जा सकता सी, वो भी मुगलों नाल रिश्तेदारियां गंढी बैठे ने। हुण साडी बाह कौन फड़ेगा? बल छुट क्यों बंधन पर, कछु ना होत उपाय। कहो नानक अब ओट हर, गज ज्यों होत सहाय, गज ज्यों होत सहाय। गल तां तेरी ठीक है मोहलाल, पर है एक दर जिथे आपां फरियाद लेके जा सकदे हां। ओ केड़ा दर है? ओ है बाबे नानक दा दर। ओ नहीं डरदे मुगलां तो। गुरु अर्जन देव जी तत्ती तबी ते बैठ के भी नहीं चुके। बहादुर जी को जाया जाए, ओ साडी बाह जरूर फड़नगे। धन श्री गुरु तेग बहादुर, धन श्री गुरु तेग बहादुर, धन श्री गुरु तेग बहादुर, धन गुरु तेग बहादुर। तिलक मिटाए जा रहे सन, जनेऊ लाहे जा रहे सन। मुगल हाकमां ਵੱਲੋਂ ਲੋਕਾਂ ਉਤੇ ਅਸਹਿ ਜ਼ੁਲਮ ਕੀਤੇ ਜਾ ਰਹੇ ਸਨ। ਹਿੰਦੁਸਤਾਨ ਦੀ ਜਨਤਾ ਵਿੱਚ ਹਾਹਾਕਾਰ ਮਚੀ ਹੋਈ ਸੀ ਤੇ ਕਸ਼ਮੀਰ ਵਿੱਚ ਹਾਲਾਤ ਤਾਂ ਹੋਰ ਵੀ ਬੱਤਰ ਸਨ। ਫਿਰ ਕੁਝ ਸਿਆਣੇ ਕਸ਼ਮੀਰੀ ਪੰਡਤ ਇਕੱਠੇ ਹੋਏ, ਮਿਲ ਬੈਠ ਕੇ ਮਸ਼ਵਰਾ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਏ।
सतगुर आए तुमरे द्वारे, सतगुर आए तुमरे द्वारे। हो छतरी तुम ब्रह्म उजागर, गौ ब्राह्मण तुम ही प्रीत पागर। हिंदू हिंदो निर्वीज है करने, हिंदू हिंदो निर्वीज है करने। शाह औरंगे यो लेख बरने, शाह औरंगे यो लेख बरने। अब औरंगे करी सलाह, अब औरंगे करी सलाह। त्राही त्राही आए तुम पागे, त्राही त्राही आए तुम पागे। तुम नानक सतगुर कल धारे, तुम नानक सतगुर कल धारे। राखो हिंदुअन हिंद मझारी, राखो हिंदुअन हिंद मझारी। राखो हिंदुअन हिंद मझारी, राखो हिंदुअन हिंद मझारी। राखो हिंदुअन हिंद मझारी। ਤਰਾਹੀ ਤਰਾਹੀ ਕਰਦੇ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬੀ ਜ਼ੁਲਮ ਦੀ ਦਰਦ ਭਰੀ ਵਿਥਿਆ ਗੁਰੂ ਜੀ ਨੂੰ ਸੁਣਾਈ। ਉਹਨਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਜੀ ਚਿੰਤਾਤੁਰ ਹੋ ਗਏ, ਸੋਚੀ ਪੈ ਗਏ। ਇੰਨੇ ਨੂੰ ਬਾਲ ਗੋਬਿੰਦ ਰਾਏ ਵੀ ਖੇਡਦੇ ਖੇਡਦੇ ਦਰਬਾਰ ਵਿੱਚ ਆ ਗਏ। ਪਿਤਾ ਜੀ ਨੂੰ ਚਿੰਤਾਤੁਰ ਵੇਖ ਕੇ ਪੁੱਛਣ ਲੱਗੇ, ਪਿਤਾ ਜੀ ਕਿਹੜੀਆਂ ਸੋਚਾਂ ਵਿੱਚ ਡੁੱਬੇ ਹੋ? ਇਹ ਬ੍ਰਾਹਮਣ ਕੀ ਚਾਹੁੰਦੇ ਹਨ? ਤਾਂ ਗੁਰੂ ਜੀ ਬੋਲੇ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਇਹਨਾਂ ਦੇ ਧਰਮ ਨੂੰ ਬਚਾਉਣ ਲਈ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਤਾਂ ਬਾਲ ਗੋਬਿੰਦ ਰਾਏ ਝੱਟ ਬੋਲ ਉੱਠੇ, ਪਿਤਾ ਜੀ ਆਪ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ? ਉਸੇ ਵੇਲੇ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਜਾਓ, ਜਾ ਕੇ ਕਹਿ ਦਿਓ ਬਾਦਸ਼ਾਹ ਹਿੰਦ ਨੂੰ ਉਹਨਾਂ ਦਾ ਗੁਰੂ ਗੁਰੂ ਤੇਗ ਬਹਾਦਰ ਹੈ। ਜੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਏ ਤਾਂ ਸਾਰਾ ਹਿੰਦੂ ਆਵਾਮ ਮੁਸਲਮਾਨ ਬਣ ਜਾਏਗਾ। ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਕਸ਼ਮੀਰੀ ਪੰਡਤ ਚਲੇ ਗਏ। ਕੁਝ ਦਿਨਾਂ ਬਾਅਦ ਗੁਰੂ ਤੇਗ ਬਹਾਦਰ ਜੀ ਬਾਲ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ। ਇਸ ਦੀ ਖਬਰ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਦੀ ਹੈ। हाँ तो शेख, कोई खास खबर? हजूर, शरई नीतियां खिलाफ कश्मीरी पंडित इकट्ठे होके तेग बहादुर ਨੂੰ ਮਿਲੇ ਨੇ। अच्छा, ਉਹੀ ਤੇਗ ਬਹਾਦਰ ਜੋ ਕਿਸੇ ਇੱਕ ਦੀਨ ਦਾ ਪੈਰੋਕਾਰ ਨਹੀਂ, ਜੋ ਨਾ ਹਿੰਦੂ ਹੈ ਤੇ ਨਾ ਮੁਸਲਮਾਨ। ਉਹੀ ਤੇਗ ਬਹਾਦਰ ਹਜ਼ੂਰ, ਉਹੀ। ਖਬਰਾਂ ਤਾਂ ਮੇਰੇ ਕੋਲ ਪਹਿਲਾਂ ਵੀ ਪਹੁੰਚ ਰਹੀਆਂ ਸਨ ਕਿ ਉਹ ਹਿੰਦੂਆਂ ਦੇ ਤੀਰਥਾਂ ਤੇ ਜਾਂਦਾ ਹੈ, ਜਿੱਥੇ ਮੇਲਾ ਲੱਗਾ ਹੁੰਦਾ ਹੈ, ਭੀੜ ਇਕੱਠੀ ਹੁੰਦੀ ਹੈ, ਉੱਥੇ ਉਹ ਬਾਗੀਆਂ ਨਾਲ ਪ੍ਰਚਾਰ ਕਰਦਾ ਹੈ। ਹੁਣ ਤਾਂ ਇਹ ਖਬਰ ਹੈ ਹਜ਼ੂਰ, ਜਿੱਥੇ ਉਹ ਜਾਂਦਾ ਉੱਥੇ ਹੀ ਮੇਲਾ ਲੱਗ ਜਾਂਦਾ ਹੈ। ਉਸ ਦੀ ਪੀਰਗਿਰੀ ਦੀ ਸ਼ੌਹਰਤ ਦੂਰ ਦੂਰ ਤੱਕ ਫੈਲ ਗਈ ਹੈ ਹਜ਼ੂਰ। ਉਹਦਾ ਅਸਰ ਰਸੂਖ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।
ਮਾਲਵੇ ਤੇ ਬਾਂਗੜ ਦੇ ਵਿੱਚ ਤਾਂ ਉਹ 30,000 ਨਾਨਕ ਪੰਥੀਆਂ ਦੇ ਜੱਥੇ ਲੈ ਕੇ ਪ੍ਰਚਾਰ ਲਈ ਨਿਕਲਦਾ ਹੈ ਤੇ ਲੋਕਾਂ ਨੂੰ ਕਹਿੰਦਾ ਫਿਰਦਾ ਹੈ, ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ। पै काहू को देत नह पै मानत आन, कहो नानक सुन रे मना, ज्ञानी ताहे बखान, ज्ञानी ताहे बखान। अच्छा, ਮੁਗਲਿਆ ਹਕੂਮਤ ਵਿੱਚ ਕੋਈ ਇਹੋ ਜਿਹਾ ਸ਼ਖਸ ਵੀ ਹੈ ਜਿਸ ਨੂੰ ਸਾਡਾ ਕੋਈ ਡਰ ਨਹੀਂ? ਹਜ਼ੂਰ, ਹਕੂਮਤ ਤੋਂ ਜਿਹੜਾ ਵੀ ਆਕੀ ਹੁੰਦਾ ਹੈ ਉਸੇ ਕੋਲ ਜਾ ਕੇ ਪਨਾਹ ਲੈਂਦਾ ਹੈ। ਉਹ ਤਾਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਵੀ ਅਖਵਾਉਂਦਾ। ਹਜ਼ੂਰ, ਆਪਣੀ ਪੈਰੋਕਾਰਾਂ ਤੋਂ ਦਸਵੰਧ ਦੇ ਨਾਂ ਤੇ ਜ਼ਕਾਤ ਵਸੂਲ ਕਰਦਾ। ਹਜ਼ੂਰ, ਜ਼ਕਾਤ ਯਾਨੀ ਕਿ ਮੁਗਲ ਹਕੂਮਤ ਲਈ ਖਤਰਾ ਬਣਦਾ ਜਾ ਰਿਹਾ ਹੈ। ਜੀ ਹਜ਼ੂਰ। ਤਾਂ ਸ਼ੇਖ, ਉਸਨੇ ਕਸ਼ਮੀਰੀ ਪੰਡਤਾਂ ਨੂੰ ਕੀ ਕਿਹਾ ਹੈ? ਹਜ਼ੂਰ, ਉਸਨੇ ਕਿਹਾ ਕਿ ਉਹ ਉਹਨਾਂ ਦੀ ਹਿਫਾਜ਼ਤ ਕਰੇਗਾ, ਜਬਰੀ ਧਰਮ ਬਦਲੀ ਨਹੀਂ ਹੋਣ ਦੇਵੇਗਾ, ਚਾਹੇ ਇਸ ਲਈ ਉਸ ਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਯਾਨੀ ਕਿ ਇਸਲਾਮ ਦੇ ਖਿਲਾਫ ਬਗਾਵਤ। ਜੀ ਹਜ਼ੂਰ, ਉਸਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਾ ਕੇ ਕਹਿ ਦਿਓ ਆਪਣੇ ਬਾਦਸ਼ਾਹ ਹਿੰਦ ਨੂੰ ਕਿ ਉਹਨਾਂ ਦਾ ਗੁਰੂ ਤੇਗ ਬਹਾਦਰ ਹੈ। ਜੇ ਬਾਦਸ਼ਾਹ ਹਿੰਦ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈਂਦਾ ਹੈ ਤਾਂ ਉਹ ਸਾਰਾ ਹਿੰਦੂ ਆਵਾਮ ਮੁਸਲਮਾਨ ਬਣ ਜਾਏਗਾ। ਅੱਛਾ, ਇੱਕ ਤਰ੍ਹਾਂ ਨਾਲ ਇਹ ਗੱਲ ਚੰਗੀ ਵੀ ਹੈ। ਜੇ ਇਕੱਲੇ ਗੁਰੂ ਨੂੰ ਮੁਸਲਮਾਨ ਬਣਾ ਲਈਏ ਤਾਂ ਸਾਰਾ ਹਿੰਦੂ ਆਵਾਮ ਇਸਲਾਮ ਦੇ ਝੰਡੇ ਹੇਠ ਆ ਜਾਏਗਾ ਤੇ तमाम ਹਿੰਦੁਸਤਾਨ ਉੱਤੇ ਮੁਗਲਿਆ ਰਾਜ ਸਦਾ ਲਈ ਪੱਕਾ ਹੋ ਜਾਏਗਾ। ਹਜ਼ੂਰ ਨੇ ਦਰੁਸਤ ਫਰਮਾਇਆ। ਉਸ ਇਕੱਲੇ ਨੂੰ ਤਾਂ ਮੁਸਲਮਾਨ ਬਣਾਉਣਾ ਕੋਈ ਔਖਾ ਕੰਮ ਨਹੀਂ। ਸ਼ਾਇਦ ਉਹ ਸਾਡੇ ਬਹਾਦਰ ਸਿਪਾਹੀਆਂ ਬਾਰੇ ਨਹੀਂ ਜਾਣਦਾ ਕਿ ਅਸੀਂ ਕਿਸ ਤਰ੍ਹਾਂ ਤਸ਼ੱਦਦ ਕਰਦੇ ਹਾਂ। ਅਸੀਂ ਤਾਂ ਬਿਨਾਂ ਕਤਲ ਤੋਂ ਕਤਲ ਮਨਵਾ ਲੈਨੇ ਆ। ਜਦੋਂ ਕੂੜੇ ਮਾਰ ਉਹਦੀ ਚਮੜੀ ਉਧੇੜੀ ਗਈ, ਉਹਦੇ ਜਿਸਮ ਵਿੱਚੋਂ ਲਹੂ ਕੱਢਿਆ ਗਿਆ, ਉਹ ਤਾਂ ਕੀ ਉਸਦੇ ਵੱਡੇ ਇਸਲਾਮ ਕਬੂਲ ਕਰ ਲੈਣਗੇ। ਹਜ਼ੂਰ, ਹਾਂ ਸ਼ੇਖ, ਤੂੰ ਠੀਕ ਕਹਿਣਾ। ਹਜ਼ੂਰ, ਖਬਰ ਇਹ ਵੀ ਹੈ ਉਹ ਆਪਣੀ ਸਿੱਖਾਂ ਸਮੇਤ ਬਾਗਿਆਨਾ ਪ੍ਰਚਾਰ ਕਰਦਾ ਹੋਇਆ ਦਿੱਲੀ ਵੱਲ ਆ ਰਿਹਾ ਹੈ। ਅੱਛਾ, ਇਸ ਤੋਂ ਪਹਿਲਾਂ ਕਿ ਤੇਗ ਬਹਾਦਰ ਦਿੱਲੀ ਪਹੁੰਚ ਕੇ ਹਕੂਮਤ ਲਈ ਕਿਸੇ ਮੁਸੀਬਤ ਦਾ ਬਾਇਸ ਬਣੇ, ਉਸ ਕਾਫਰ ਨੂੰ ਗ੍ਰਿਫਤਾਰ ਕਰ ਲਿਆ ਜਾਏ। ਹਜ਼ੂਰ ਦੇ ਹੁਕਮ ਦੀ ਤਾਮੀਲ ਹੋਵੇਗੀ। ਰਾਮਿਆ, ਉਹ ਰਾਮਿਆ, ਕੀ ਗੱਲ ਭਾਈ, ਬੋਲਦਾ ਕਿਉਂ ਨਹੀਂ? ਓਏ ਉਦਾਸ ਕਿਉਂ ਹੈ ਤੂੰ? ਉਦਾਸ ਕਿਵੇਂ ਨਾ ਹੋਵਾਂ ਭਰਾਵਾ, ਖਬਰ ਹੀ ਬੜੀ ਦੁੱਖ ਭਰੀ ਹੈ। ਓਏ ਕਿਹੜੀ ਦੁੱਖ ਭਰੀ ਖਬਰ ਹੈ ਭਾਈ? ਗੁਰੂ ਤੇਗ ਬਹਾਦਰ ਜੀ ਨੂੰ ਸ਼ਾਹੀ ਫੌਜਾਂ ਨੇ ਗ੍ਰਿਫਤਾਰ ਕਰ ਲਿਆ। गिरफ्तार कर लिया? वो सिलाही जोत गुरु तेग बहादुर जी को गिरफ्तार कर लिया? भाई पता किवें लगा? ਭਾਈ ਭੰਡਾਰੀ ਨੇ ਦੱਸਿਆ, ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਚੱਕ ਨਾਨਕੀ ਤੋਂ ਦਿੱਲੀ ਵੱਲ ਤੁਰੇ ਸੀ। ਸਰਸਾ ਨਦੀ ਤੋਂ ਪਾਰ ਪਿੰਡ ਮਲਕਪੁਰ ਰੰਗੜਾ ਪਹੁੰਚ ਕੇ ਇੱਕ ਰਾਤ ਭਾਈ ਨਗਾਈਏ ਦੇ ਠਹਿਰ ਗਏ। ਬਸ ਦਿਨ ਚੜ੍ਹਨ ਤੋਂ ਪਹਿਲਾਂ ਹੀ
ਸ਼ਾਹੀ ਫੌਜਾਂ ਨੇ ਪਿੰਡ ਨੂੰ ਘੇਰ ਕੇ ਛਾਪਾ ਮਾਰਿਆ ਤੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਏ। ਨਾਲ ਕੌਣ ਸੀ ਗੁਰੂ ਜੀ ਦੇ? ਗੁਰੂ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਨ। ਬਹੁਤ ਮਾੜਾ ਹੋਇਆ, ਲੱਗਦਾ ਹੈ ਸੂਈਏ ਪਿੱਛੇ ਲੱਗੇ ਹੋਏ ਹੋਣੇ। ਇਹ ਕਿਹੜੀ ਨਵੀਂ ਗੱਲ ਹੈ? ਹਾਕਮਾਂ ਦੇ ਸੂਈਏ ਤਾਂ ਸਿੱਖਾਂ ਦੇ ਪਿੱਛੇ ਲੱਗੇ ਹੀ ਰਹਿੰਦੇ ਨੇ। ਕੋਈ ਪਤਾ ਲੱਗਾ ਕਿਹੜੀ ਕਚਹਿਰੀ ਵਿੱਚ ਪੇਸ਼ ਕੀਤਾ ਤੇ ਕਿਹੜੇ ਬੰਦੀਖਾਨੇ ਵਿੱਚ ਬੰਦ ਨੇ ਗੁਰੂ ਜੀ? ਭਾਈ ਭੰਡਾਰੀ ਨੇ ਦੱਸਿਆ, ਇੱਕ ਰਾਤ ਤਾਂ ਗੁਰੂ ਜੀ ਨੂੰ ਰੋਪੜ ਚੌਂਕੀ ਰੱਖਿਆ, ਅਗਲੇ ਦਿਨ ਕਚਹਿਰੀ ਪੇਸ਼ ਕੀਤਾ ਤੇ ਫਿਰ ਬਸੀ ਪਠਾਣਾ ਦੇ ਬੰਦੀਖਾਨੇ 'ਚ ਲੈ ਗਏ। ਬਸੀ ਪਠਾਣਾ ਦਾ ਦਰੋਗਾ ਤੇ ਬੜਾ ਜ਼ਾਲਮ ਹੈ, ਜ਼ਾਲਮ। ਹਵਾਲਾਤੀਆਂ ਤੇ ਬਹੁਤ ਜ਼ੁਲਮ ਕਰਦਾ ਹੈ। ਇਹਨਾਂ ਹਾਕਮਾਂ ਦਾ ਕਿਹੜਾ ਦਰੋਗਾ ਜ਼ਾਲਮ ਨਹੀਂ, ਸਭ ਇੱਕ ਤੋਂ ਇੱਕ ਵੱਧ ਕੇ ਨੇ। ਨਹੀਂ ਰਾਮਿਆ ਨਹੀਂ, ਉਹ ਤਾਂ ਬਹੁਤ ਜ਼ਾਲਮ ਹੈ। ਕੋੜੇ ਮਾਰ ਸਰੀਰ ਵਿੱਚੋਂ ਲਹੂ ਕੱਢ ਦਿੰਦਾ, ਪੁੱਠਾ ਲਟਕਾਉਂਦਾ, ਲੋਹੇ ਦੇ ਗਰਮ ਥੰਮ ਨਾਲ ਲਾ ਕੇ ਚਮੜੀ ਸਾੜ ਦਿੰਦਾ। ਕਹਿੰਦੇ ਨੇ ਉਹ ਤਾਂ ਬੇਗੁਨਾਹਾਂ ਤੋਂ ਵੀ ਗੁਨਾਹ ਕਬੂਲ ਕਰਵਾ ਲੈਂਦਾ। ਤਾਈਓ ਭਾਈ ਭੰਡਾਰੀ ਦੱਸ ਰਿਹਾ ਸੀ ਭਾਈ ਗੁਰੂ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ ਨੇ, ਉਹਨਾਂ ਦਾ ਸਾਰਾ ਸਰੀਰ ਸੁੱਜਿਆ ਪਿਆ ਸੀ। ਪਤਾ ਨਹੀਂ ਸਿੱਖਾਂ ਤੇ ਇਹ ਜ਼ੁਲਮ ਦਾ ਸਿਲਸਿਲਾ ਕਦੋਂ ਖਤਮ ਹੋਏਗਾ। ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਬੰਦੀਖਾਨੇ ਰਹਿਣਾ ਪਿਆ, ਚੱਕੀ ਪੀਸਣੀ ਪਈ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣਾ ਪਿਆ। ਗੁਰੂ ਹਰਗੋਬਿੰਦ ਸਾਹਿਬ ਨੂੰ 12 ਸਾਲ ਜੇਲ੍ਹ ਕੱਟਣੀ ਪਈ। ਹੁਣ ਗੁਰੂ ਤੇਗ ਬਹਾਦਰ ਜੀ ਨੂੰ ਕਿੰਨਾ ਕਸ਼ਟ ਦਿੱਤਾ ਜਾ ਰਿਹਾ ਹੈ। ਪਤਾ ਨਹੀਂ ਇਹ ਥਾਣੇ, ਜੇਲ੍ਹਾਂ ਤੇ ਕਚਹਿਰੀਆਂ ਤੋਂ ਸਿੱਖਾਂ ਦਾ ਕਦੋਂ ਛੁਟਕਾਰਾ ਹੋਏਗਾ। ਜਿਹੜੇ ਵੀ ਲੋਕ ਹੱਕ ਸੱਚ ਦੀ ਗੱਲ ਕਰਨਗੇ, ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ, ਹਾਕਮਾਂ ਦੀਆਂ ਜੇਲ੍ਹਾਂ ਤੇ ਕਚਹਿਰੀਆਂ ਤੋਂ ਉਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ। ਤੂੰ ਠੀਕ ਕਹਿਣਾ ਰਾਮਿਆ। ਅੱਜ ਹਿੰਦੁਸਤਾਨ ਦੇ ਲੋਕ ਕਿੰਨੀ ਜ਼ਲਾਲਤ ਭਰੀ ਜ਼ਿੰਦਗੀ ਜਿਉ ਰਹੇ ਨੇ, ਕਿੰਨਾ ਬੇਇੱਜ਼ਤ ਕਰਦੇ ਨੇ ਹਾਕਮ। ਜਨੇਊ ਲਾ ਦਿੰਦੇ ਨੇ, ਤਿਲਕ ਮਿਟਾ ਦਿੰਦੇ ਨੇ, ਮੰਦਰ ਢਾ ਦਿੰਦੇ ਨੇ ਤੇ ਸਾਡੀਆਂ ਬਹੂ ਬੇਟੀਆਂ ਨੂੰ ਬੇਪਰਦ ਕਰ ਦਿੰਦੇ ਨੇ। ਓਏ ਇਹ ਵੀ ਕੋਈ ਜੀਣਾ ਹੈ? ਸੰਭਲ ਭਾਨਿਆ, ਸੰਭਲ। ਓਏ ਭੋਲਿਆ, ਗੁਰੂ ਜੀ ਤਾਂ ਕਹਿੰਦੇ ਨੇ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਕਿਛ ਖਾਏ। ਜੇ ਇੱਜ਼ਤ ਨਾਲ ਜਿਉਣਾ, ਕੁਰਬਾਨੀ ਤਾਂ ਦੇਣੀ ਪਊ। ਇੱਕ ਗਲਤ ਦੱਸ ਭਾਈ ਰਾਮਿਆ, ਗੁਰੂ ਜੀ ਆਪ ਤਾਂ ਜਨੇਊ ਪਾਉਂਦੇ ਨਹੀਂ, ਫਿਰ ਇਸ ਦੀ ਹਿਫਾਜ਼ਤ ਕਰਨ ਕਿਉਂ ਤੁਰ ਪਏ ਨੇ? ਮੈਨੂੰ ਲੱਗਦਾ ਹੈ ਤੂੰ ਗੁਰੂ ਜੀ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਨਹੀਂ ਸੁਣਦਾ। ਓਏ ਗੁਰੂ ਜੀ ਤਾਂ ਬਹੁਤ ਅੱਗੇ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ, ਅਸੀਂ ਆਪਣੇ ਵਿਚਾਰਾਂ ਦੀ ਆਜ਼ਾਦੀ ਦੇ ਨਾਲ ਨਾਲ ਦੂਜਿਆਂ ਦੇ ਵਿਚਾਰਾਂ ਦੀ ਆਜ਼ਾਦੀ ਵੀ ਚਾਹੁੰਦੇ ਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ। ਦਿੱਲੀ ਦੇ ਸਿੱਖਾਂ ਨੇ ਦੱਸਿਆ ਵੀ ਗੁਰੂ ਤੇਗ ਬਹਾਦਰ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਹੈ। ਇਸ ਦਾ ਮਤਲਬ ਜ਼ਾਲਮ ਬਾਦਸ਼ਾਹ ਗੁਰੂ ਜੀ ਨੂੰ ਝੁਕਾ ਕੇ ਹੀ ਰਹੇਗਾ। ਨਹੀਂ ਭਾਨਿਆ, ਨਹੀਂ। ਬਾਦਸ਼ਾਹ ਗੁਰੂ ਜੀ ਨੂੰ ਝੁਕਾ ਨਹੀਂ ਸਕਦਾ। ਗੁਰੂ ਜੀ ਆਪਣੇ ਵਿਚਾਰਾਂ ਤੇ ਪਹਿਰਾ ਦੇਣਾ ਜਾਣਦੇ ਨੇ। ਉਹ ਬਹੁਤ ਸਿਰੜੀ ਨੇ, ਸਿਰੜੀ। ਉਹ ਸੀਸ ਤਾਂ ਦੇ ਦੇਣਗੇ ਪਰ ਸਿਰੜ ਨਹੀਂ ਛੱਡਣਗੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ, ਧੰਨ ਸ਼੍ਰੀ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਤੇ ਉਹ ਤੇਗ ਬਹਾਦਰ ਕੀ ਕਹਿੰਦਾ ਹੈ? हुजूर, मैं तो उसनू ईन मनाउण दी हर मुमकिन कोशिश कर बैठा। मैं उसनू कहा कि तुसी हुकूमती नीतियां दी खिलाफ वर्जी छड़ दियो,
ਫਕੀਰਾਂ ਵਾਂਗ ਡੇਰੇ ਵਿੱਚ ਰਹੋ। ਬਾਦਸ਼ਾਹ ਸਲਾਮਤ ਤੁਹਾਨੂੰ ਕੋਈ ਕਸ਼ਟ ਨਹੀਂ ਦੇਣਗੇ ਤੇ ਬਾਦਸ਼ਾਹ ਸਲਾਮਤ ਦੇ ਮੁਬਾਰਕ ਸੇ ਸਦਕਾ ਤੁਹਾਨੂੰ ਲੰਗਰ ਪਾਣੀ ਲਈ ਖਰਚਾ ਵੀ ਦਿੱਤਾ ਜਾਇਆ ਕਰੇਗਾ। फिर की कहा उसने? ਹਜ਼ੂਰ ਉਹ ਕਹਿੰਦਾ ਹੈ ਕਿ ਗੁਰੂ ਘਰ ਦੇ ਲੰਗਰ ਦਾ ਖਰਚਾ ਬਾਦਸ਼ਾਹਾਂ ਦੇ ਟੁਕੜਿਆਂ ਤੇ ਨਹੀਂ, ਸੰਗਤ ਦੇ ਦਸਵੰਧ ਨਾਲ ਚੱਲਦਾ ਹੈ। बहुत गुस्ताख शख्स है। ਹਜ਼ੂਰ ਉਹ ਤਾਂ ਕਹਿੰਦਾ ਹੈ ਕਿ ਹਿੰਦੂ ਤੇ ਮੁਸਲਮਾਨ ਦੋਵੇਂ ਬਰਾਬਰ ਨੇ, ਇੱਕੋ ਅੱਲਾ ਪਾਕ ਤੇ ਨੂਰ ਚੋਂ ਪੈਦਾ ਹੋਏ ਨੇ ਦੋਨੋਂ। ਉਹ ਤਾਂ ਕਹਿੰਦਾ ਹੈ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ एक नूर ते सब जग उपजा, कौन भले कौन मंदे। हाँ नहीं नहीं, ये सरासर कुफ्र है, कुफ्र। दोवें बराबर नहीं हो सकते। मोमन ते काफर, मुसलमान ते हिंदू कदे बराबर नहीं हो सकते। मैं तो उसनू ये भी कहा है कि तुसी आप जनेऊ पाउंदे नहीं, जनेऊ लाउण दी मुखालफत क्यों करदे हो। वो कहंदा है असी बेशक जनेऊ नहीं पाउंदे, पर जबरी लाउण नहीं देने, जबर दे खिलाफ आवाज उठानी वो कहंदा साडे लई तां इबादत है, इबादत। लगदा है उसनू अपनी जान प्यारी नहीं, शायद वो भुल गया है कि मेरे दादा जान शहनशाह जहांगीर ने उसते दादे अर्जुन देव नाल की सलूक कीता सी। शायद उसनू पता नहीं कि हुकूमत बागी दा सी की हशर करते हैं ते बागी चाहे साडा सक्का भरा जां बाप ही क्यों ना होवे, असी बगावत बर्दाश्त नहीं करते। हुजूर उसते पूरे 8 दिन तशद्दुद कीता गया है, घोड़े मार मार के उसके जिस्म विच लहू कर दिता गया, सिर उत्ते तती रेत पाई गई, गर्म थम नाल चमेड़ के उसकी चमड़ी साड़ दी गई, पर उसने तसीद तक नहीं की थी। अच्छा, इन्ने सख्त जानने लोग। हुजूर इसे गल ते तां मैं खुद परेशान हाँ, जिस इंसान नू इन्ने तसीहे दिते गए होन, भुखा ते प्यासा रखा गया होवे, उसके चेहरे ते नूर किवें हो सकता है हुजूर। उसके चेहरे ते तां एक अजीब जिहा नूर नजर आंदा, नूर। बस कर शेख, बस कर, हुण तां इंतहा हो गई है। तो इसे वक्त काजी नू नाल लेके जा, तेग बहादुर दे साथियां नू उसते सामने शरेआम इन्ने तसीहे दे के मारो कि वो दहल जाए, दीन इस्लाम कबूल करन लई मजबूर हो जाए। जो हुक्म आ लिया। ਆਪਣੇ ਆਪ ਨੂੰ ਇਸਲਾਮ ਦਾ ਝੰਡਾ ਬਰਦਾਰ ਕਹਾਉਣ ਵਾਲਾ ਔਰੰਗਜ਼ੇਬ ਅਸਲ ਵਿੱਚ ਇਸਲਾਮ ਤੋਂ ਤਾਂ ਕੋਹਾਂ ਦੂਰ ਸੀ। ਉਹ ਤਾਂ ਬਸ ਇਸਲਾਮ ਦਾ ਨਾਮ ਵਰਤ ਕੇ ਸੱਤਾ ਉੱਤੇ ਕਾਬਜ਼ ਰਹਿਣਾ ਚਾਹੁੰਦਾ ਸੀ ਅਤੇ ਸੱਤਾ ਦੇ ਇਸ ਰਸਤੇ ਵਿੱਚ ਉਸ ਨੂੰ ਜੋ ਵੀ ਰੋੜਾ ਬਣਦਾ ਨਜ਼ਰ ਆਇਆ ਉਸ ਨੇ ਹਮੇਸ਼ਾ ਲਈ ਖਤਮ ਕਰ ਦਿੱਤਾ। ਉਸ ਨੇ ਆਪਣੇ 3 ਭਰਾਵਾਂ ਨੂੰ ਖਤਮ ਕਰਵਾ ਦਿੱਤਾ, ਆਪਣੇ ਪਿਤਾ ਨੂੰ ਕੈਦ ਵਿੱਚ ਰੱਖਿਆ ਅਤੇ ਹਕੀਮਾਂ ਰਾਹੀਂ ਜ਼ਹਿਰ ਦੀਆਂ ਪੁੜੀਆਂ ਦੇ ਦੇ ਕੇ ਮਰਵਾ ਦਿੱਤਾ। ਉਸ ਨੇ ਆਪਣੀ ਸਕੀ ਭੈਣ ਅਤੇ ਬੇਟੀ ਨੂੰ ਵੀ ਸਦਾ ਦੀ ਨੀਂਦ ਸਵਾ ਦਿੱਤਾ। ਤਾਕਤ ਦੇ ਨਸ਼ੇ ਵਿੱਚ ਚੂਰ ਉਹ ਸਮਝ ਰਿਹਾ ਸੀ ਕਿ ਆਵਾਮ ਤਾਂ ਬੇਜਵਾਨ ਜਾਨਵਰ ਨੇ, ਉਹ ਲੋਕਾਂ ਨੂੰ ਇਸਲਾਮ ਕਬੂਲ ਕਰਨ ਲਈ ਕਹੇਗਾ ਤਾਂ ਲੋਕ ਬਿਨਾਂ ਕਿਸੇ ਵਿਰੋਧ ਦੇ ਸਿਰ ਝੁਕਾ ਕੇ ਇਸਲਾਮ ਕਬੂਲ ਕਰ ਲੈਣਗੇ। ਪਰ ਉਹ ਇਹ ਨਹੀਂ ਸੀ ਜਾਣਦਾ ਕਿ ਸਿਰ ਤੇ ਪਈ ਤੋਂ ਸਾਰੇ ਗੋਡਿਆਂ ਵਿੱਚ ਸਿਰ ਦੇ ਕੇ ਮਰਨ ਵਾਲੇ ਨਹੀਂ ਹੁੰਦੇ, ਸਗੋਂ ਕੁਝ ਲੋਕ ਹੁੰਦੇ ਨੇ ਜੋ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦੇ ਨੇ, ਉਹ ਸਿਰ ਕਟਾ ਤਾਂ ਲੈਂਦੇ ਨੇ ਪਰ ਝੁਕਾਉਂਦੇ ਨਹੀਂ। ਠੀਕ ਇਸੇ ਤਰ੍ਹਾਂ ਹੀ ਹੋਇਆ ਸੀ ਉਸ ਦਿਨ ਚਾਂਦਨੀ ਚੌਂਕ ਵਿੱਚ। की खबर है शेख? हुजूर अज मैं काजी साहब नु नाल लैके चांदनी चौक कोतवाली गया सी। बड़ा तमाशा होया हुजूर, चांदनी चौक विच बहुत वड्डा तमाशा होया। तेग बहादुर ते 3 सिख इकल्ले इकल्ले पिंजरे विच बंद सन, चारे पासे लोकां दा हुजूम सी। काजी साहब किताबे कानून लई खड़े सन ते सिपाही काजी साहब दे हुक्म दी उड़ीक कर रहे सन। काजी साहब ने हुक्म दिता तां सिपाहियां ने जंजीरां नाल जकड़े होए मती दास नूं पिंजरे विचों बाहर कढ लिया
फिर हुजूर काजी साहब ने मतीदास ਨੂੰ ਸਮਝਾਇਆ ਕਿਉਂ ਆਪਣੀ ਜਾਨ ਦੇ ਦੁਸ਼ਮਣ ਬਣੇ ਹੋ ਆਪਣਾ ਨਹੀਂ ਤਾਂ ਆਪਣੇ ਬੀਵੀ ਬੱਚਿਆਂ ਦਾ ਖਿਆਲ ਕਰ ਲਓ ਬਾਦਸ਼ਾਹ ਬੜੇ ਰਹਿਮ ਦਿਲ ਹਨ ਦੀਨ ਇਸਲਾਮ ਕਬੂਲ ਕਰੋਗੇ ਤਾਂ ਤੁਹਾਨੂੰ ਮਾਫ ਵੀ ਕਰ ਦੇਣਗੇ ਸਗੋਂ ਇਨਾਮਾਂ ਨਾਲ ਮਾਲਾ ਮਾਲ ਕਰ ਦੇਣਗੇ ਤਾਂ ਹੀ ਤੁਹਾਨੂੰ ਕਹਿਣਾ ਕਿ ਤੁਸੀਂ ਹਕੂਮਤੀ ਨੀਤੀਆਂ ਦੀ ਖਿਲਾਫ ਵਰਜ਼ੀ ਛੱਡ ਦਿਓ फिर मतीदास ने की कहा? मतीदास ने चीख के कहा नहीं जे अल्लाह ताला ने सब नु मुसलमान बनाना हुंदा तो वो पैदा ही मुसलमान बना के करदा हुजूर ये गल सुन के काजी साहब गुस्से विच आए कि उन्होंने फतवा दिता कि इस गुस्ताख मतीदास नु आरे नाल चीर के दोफाड़ कर दिता जाए फिर की सी हुजूर मतीदास नु खड़ा करके लकड़ी दे दो थम उसदे सज्जे खब्बे गढ़ दिते ਉਸ ਦੀਆਂ ਲੱਤਾਂ ਬਾਹਾਂ ਕੱਸ ਕੇ ਬੰਨ ਦਿੱਤੀਆਂ ਗਈਆਂ फिर मतीदास रोया होवेगा, दर्द नाल चीखा दा होवेगा, रहम दी भीख भी मंगदा होवेगा? नहीं हुजूर नहीं वो तो एकदम शांत सी बस उसने इना ही कहा कि मेरा मुंह मेरे गुरु वल कर दियो हड्डियां बहुत सख्त हुंदियां ने शेख जलादा नु चीरन लई काफी वक्त लग्या होवेगा? बस खोपड़ी नु चीरन नु कुछ वक्त लग्या हुजूर हड मास ता देखते ही देखते आरे दे दंदियां ने चीर के दोपाड़ कर देते बड़ी दिलचस्प मौत सी है काफरा दे दिल ता लाजमी सहम गए होंगे शाही काजी बड़ा सियाना है जिसने एहो जा फतवा दिता है हुजूर उस दे कटे हुए जिस्म विचों भी वाहिगुरु 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 दी आवाज आ रही सी ते हुजूर फिर वारी आई दयाले दी उस नु भी काजी साहब ने पूछा दीन इस्लाम कबूल कर दे हो या मौत उसने बड़ी गुस्ताखी की थी हुजूर की गुस्ताखी की थी उसने सरकार ले बड़े भैड़े लफ्ज वरते हुजूर दी रहम दिल सरकार नु उसने जालिम भी आख्या अच्छा उस दी ये मजाल हुजूर काजी साहब ने फैसला दिता कि इस गुस्ताख शख्स नु देग विच उबाल दिता जाए फिर की होया फिर किसी हुजूर वड्डी सारी देग लियांदी गई उस विच पानी भर के थले अग बाल दिती गई पानी उबलना शुरू हो गया ते जंजीरां नाल जकड़े होए दयाले नु उस उबलदी होई देग विच सुट दिता गया आलूआं वांग उबाल दिता हुजूर आलूआं वांग बहुत खूब शेख बहुत खूब काफिर दी गुस्ताखी लई यही सजा होनी चाहिए है पर हुजूर अफसोस दी गल तां इह है कि देग विच उबलदा होया भी वाहिगुरु 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 दी रट ला रहा सी फिर की होया हुजूर उधर सतीदास बंद पिंजरे विच चिल्ला रहा सी चीख चीख के कह रहा सी कि बहुत जुल्म हो रहा है ते जुल्म एक दिन मुगल राज नु तहश नहश करके रख देवेगा उस नु भी पिंजरे विचों बाहर कट लिया गया किताबे कानून खोल के सुनाया गया दीन इस्लाम कबूल करोगे या मौत फिर की कहा उसने भी दीन इस्लाम कबूल करन तो इनकार कर देता हुजूर उस लिए तो काजी साहब ने बड़ी खौफनाक मौत तजवीज की थी किस तरह दी मौत उस दे शरीर दे आले दुआले रूई लपेट दी गई लोकां दे हुजूम दे सामने उस दे उत्ते तेल पा पा के जिंदा जला देता हुजूर बहुत खूब शेख बहुत खूब दिल्ली दियां लोकां नू दिल्ली दियां गलियां च किसे सिख नू शरेआम जिंदा जलाए जान दा तमाशा शायद फिर देखन नू ना मिले पर हुजूर वो अग विच सड़दा होया भी वाहिगुरु 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 बोल रहा सी ते तेग बहादुर उस वेले की कर रहा सी हुजूर ओ तां पिंजरे विच बंद सी सब कुछ देख के भी खामोश सी अपने मुंह विच कुछ शेर जे पड़ी जा रहा सी इक ओंकार सतनाम करता पुरख निर्भव निर्वैर अकाल मूरत अजूनी सैभं गुर प्रसाद पता नहीं किस मिट्टी दे बने ने लोग इन्हां नू आरे नाल चीर दिता गया
ਦੇਗ ਵਿੱਚ ਉਬਾਲ ਦਿੱਤਾ ਗਿਆ, ਜ਼ਿੰਦਾ ਜਲਾ ਦਿੱਤਾ ਗਿਆ। ਇਹਨਾਂ ਨੇ ਸੀ ਤੱਕ ਨਹੀਂ ਕੀਤੀ। ਪਰ ਔਰੰਗਜ਼ੇਬ ਦੇ ਰਸਤੇ 'ਚ ਜੋ ਵੀ ਆਇਆ ਕੁਚਲ ਦਿੱਤਾ ਗਿਆ। ਸ਼ੇਖ, ਸ਼ਾਹੀ ਕਾਜ਼ੀ ਨੂੰ ਕਹਿ ਦਿਓ ਤੇਗ ਬਹਾਦਰ ਨੂੰ ਹਰ ਹਾਲਤ ਵਿੱਚ दीने इस्लाम कबूल करवाया जाए ते जे इनकार करे तो उसनू शरेआम कत्ल करके सारी दिल्ली विच नुमाइश की जाए ते उसकी लाश दे टुकड़े टुकड़े करके दिल्ली दे बाजारां विच टंग दिते जान। जो हुक्म आली जा। बहुत जुल्म होया। ਅੱਜ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲਿਆ। ਇੰਨਾ ਵੱਡਾ ਜ਼ੁਲਮ ਨਾ ਕਦੀ ਵੇਖਿਆ ਤੇ ਨਾ ਕਦੀ ਸੁਣਿਆ। ਨਵੇਂ ਨਵੇਂ ਢੰਗ ਲੱਭਦੇ ਨੇ ਕਤਲ ਕਰਨ ਦੇ। ਅਖੇ ਜੀ ਆਰੇ ਨਾਲ ਚੀਰ ਦਿਓ, ਦੇਗ ਵਿੱਚ ਬਾਲ ਦਿਓ ਤੇ ਜ਼ਿੰਦਾ ਸਾੜ ਦਿਓ। ਮੈਨੂੰ ਤਾਂ ਲੱਗਦਾ ਹੁਣ ਇਸ ਮੁਲਕ ਉੱਪਰ ਹੁਣ ਰੱਬੀ ਕਹਿਰ ਨਾਜ਼ਲ ਹੋ ਕੇ ਹੀ ਰਹੇਗਾ। ਕਿੰਨੀ ਬੇਰਹਿਮੀ ਨਾਲ ਮਾਰਿਆ ਸਿੱਖਾਂ ਨੇ। ਹੁਣ ਸਾਡੇ ਲੋਕਾਂ ਦੀ ਖੈਰ ਨਹੀਂ। ਪਤਾ ਨਹੀਂ ਹੁਣ ਗੁਰੂ ਜੀ ਨਾਲ ਕੀ ਪਾਣਾ ਵਰਤੇਗਾ। ਹਿੰਦੂ ਧਰਮ ਤਾਂ ਹੁਣ ਅਲੋਪ ਹੋਇਆ ਹੀ ਸਮਝੋ। ਓਏ ਬਾਦਸ਼ਾਹ ਜ਼ਾਲਮ ਤਾਂ ਹੈ ਹੀ, ਅੜੀਅਲ ਵੀ ਹੈ। ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਕੇ ਹੀ ਛੱਡੇਗਾ। ਨਹੀਂ ਧਨੀ ਰਾਮ, ਨਹੀਂ। ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਦਾਦੇ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਤੇ ਦਲ ਭੰਜਨ ਯੋਧੇ ਗੁਰੂ ਹਰਗੋਬਿੰਦ ਜੀ ਦੇ ਸੁਪੁੱਤਰ ਉਹ ਜੀ ਦੀ ਬਾਂਹ ਫੜ ਲੈਂਦੇ ਨੇ, ਫੇਰ ਛੱਡਦੇ ਨਹੀਂ। ਉਹ ਤਾਂ ਆਖਦੇ ਨੇ ਕਿ ਬਾहें ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾहें ਨਾ ਛੋੜੀਏ। गुरु तेग बहादुर बोलिया, गुरु तेग बहादुर बोलिया, हर पइए धर्म ना छोड़िए। बाहे जिना दी पकड़िए, सिर दीजे बाहे ना छोड़िए। बाहे जिना दी पकड़िए, सिर दीजे बाहे ना छोड़िए। चित चरण कमल का संग जोड़िए। बाहे जिना दी पकड़िए, सिर दीजे बाहे ना छोड़िए। बाहे जिना दी पकड़िए, सिर दीजे बाहे ना छोड़िए। बाहे जिना दी पकड़िए, सिर दीजे बाहे ना छोड़िए। बाहे जिना दी पकड़िए, सिर दीजे बाहे ना छोड़िए। हाँ तो शेख, अज दी की खबर है? हुजूर, अज फिर बड़ा दिलचस्प तमाशा होया। दिन चढ़न तो पहला ही चांदनी चौक में दूर दूर तक हुजूम इकट्ठा हो रहा सी। लोग कह रहे सन रब खैर करे, अज कहर वरतन वाला है। अच्छा। तेग बहादुर नू बंद पिंजरे विचों बाहर कढ़िया गया। उस दे जिस्म ते छाले छाले होए पए सन हुजूर। जिस्म ते कई थां कोड़ियां दे जख्म भी नजर आ रहे सन, जिन्हां विचों लहू सिम रहा सी। पर उसके चेहरे ते फिर भी अजीब जिहा नूर नजर आ रहा सी। उसने खोई विचों पानी लिया, वजू कीता, मुंह ते छिट्टे मारे, फिर बड़े इत्मीनान नाल जाके बरोटे थले चौंकड़ा मार के बैठ गया। मुंह च कुछ बोल रहा सी, मेरी समझ विच कुछ नहीं आया। इधर काजी साहब पुज गए। सामने जलालुद्दीन हाथ विच नंगी तलवार फड़ी खड़ा सी। जो तो उसने तलवार लहराई, लोग सहम गए। हुजूर, लोग तो सार रोक के तमाशा देख रहे सन। काजी साहब ने किताबे कानून खोली, कहा करामात दिखाओ या दीन इस्लाम कबूल करो। तेग बहादुर ने सिर हिला के इनकार कर दिया।
हुजूर फिर वो हथ जोड़ के सिजदे वांग सिर चुका के ਉੱਚੀ ਆਵਾਜ਼ ਵਿੱਚ ਕੁਝ ਬੋਲਣ ਲੱਗਾ। ਜਿਨਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। जलाद जलालुद्दीन समाने वाले ने शाही काजी दे इशारे ते गुरु दे चुके हुए सिर उत्ते तलवार दा जोरदार वार कीता। एक आवाज आई ते गुरु दा सिर धड़ नालों अलग हो गया। तीकर पोर दिलीस सिर प्रभुपुर किया पयान तेग बहादुर सी क्रिया करी न किन्हू बहुत खूब शेख, बहुत खूब। मैनू तो लगता है कि तू अफसाना निगार भी है। तू तो इस तरह हालात बयान करदा है जिवें सारा मंजर अखां दे सामने गुजर रहा होवे। शेख यह भी दस, बागियां दे मारे जान तो बाद अवाम दे विच खुशी दी लहर दौड़ गई होवेगी। लोग शादियाने बजांदे होणगे, इस्लाम जिंदाबाद दे नारे लाउंदे होणगे। शेख चुप क्यों है? जान बख्शी जाए हुजूर, बंदा कुछ अर्ज करना चाहता है। छेती दस की गल है कि हिंदू ते की मुसलमान सारे आवाम अफसोस विच सन। सब रो रहे सन, कुरला रहे सन ते कह रहे सन पीरे हिंद नू कतल करके बादशाह सलामत ने चंगा नहीं किया। नहीं शेख नहीं, तू सियासत ते दाव पेच नहीं जानदा। गुरु नू मार के जिथे असी बगावत दे बीज खत्म कीते ने, मुगल राज दियां जड़ां पुख्ता कीतियां ने, उथे ना काफरां नू मार के इस्लाम दी खिदमत भी कीती है। नहीं बादशाह सलामत, लोकां ते जुल्म करना इस्लाम दी खिदमत नहीं, सगों इस्लाम दी तौहीन है। जुल्म नाल बगावत दे बीज खत्म नहीं हुंदे, सगो होर पुंगड़ ने बादशाह सलामत। ਭਾਵੇਂ ਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਤੈਨੂੰ ਤੇਰੀ ਗੱਲ ਕਹਿਣ ਤੋਂ ਕੋਈ ਰੋਕੇ, ਇਸ ਲਈ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗਾ। ਇਹ ਸ਼ਬਦ ਦੁਨੀਆ ਦੇ ਕੁਝ ਸਿਆਣੇ ਲੋਕਾਂ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਉੱਕਰ ਤਾਂ ਦਿੱਤੇ ਨੇ, ਪਰ ਅੱਜ ਤੱਕ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਵੀ ਵਿਅਕਤੀ ਨੇ ਕਿਸੇ ਦੂਜੇ ਦੇ ਵਿਚਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਨਹੀਂ ਕੀਤੀ। ਆਪਣੇ ਧਰਮ ਦੀ ਰਾਖੀ ਲਈ ਕੁਰਬਾਨ ਹੁੰਦੇ ਅਸੀਂ ਕਈ ਲੋਕ ਵੇਖੇ ਨੇ, ਆਪਣੇ ਵਿਚਾਰਾਂ ਦੀ ਰਾਖੀ ਲਈ ਕੁਰਬਾਨ ਹੁੰਦੇ ਅਸੀਂ ਕਈ ਲੋਕ ਵੇਖੇ ਨੇ, ਪਰ ਕਿਸੇ ਦੂਜੇ ਦੇ ਧਰਮ ਦੀ ਰਾਖੀ ਲਈ, ਕਿਸੇ ਦੂਜੇ ਦੇ ਵਿਚਾਰਾਂ ਦੀ ਰਾਖੀ ਲਈ ਕੁਰਬਾਨ ਹੁੰਦੇ ਅਸੀਂ ਗੁਰੂ ਤੇਗ ਬਹਾਦਰ ਜੀ ਅਤੇ 3 ਸਿੱਖਾਂ ਤੋਂ ਇਲਾਵਾ ਕਦੀ ਕਿਸੇ ਨੂੰ ਨਹੀਂ ਦੇਖਿਆ। ਕੁਰਬਾਨੀ ਤਾਂ ਹਜ਼ਰਤ ਈਸਾ ਨੇ ਵੀ ਦਿੱਤੀ ਸੀ, ਪਰ ਅੰਤਲੇ ਸਮੇਂ ਵਿੱਚ ਕਸ਼ਟਾਂ ਤੋਂ ਡਰਦੇ ਉਹਨਾਂ ਦੇ ਸਿੱਖ ਉਹਨਾਂ ਦਾ ਸਾਥ ਛੱਡ ਗਏ ਸਨ। ਪਰ ਗੁਰੂ ਤੇਗ ਬਹਾਦਰ ਜੀ ਦੇ ਕਿਸੇ ਵੀ ਸਿੱਖ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ, ਸਗੋਂ ਹੱਸਦੇ ਹੱਸਦੇ ਜਾਮ ਸ਼ਹਾਦਤ ਪੀ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਬੜਾ ਦਰਦਨਾਕ ਨਜ਼ਾਰਾ ਸੀ ਉਸ ਦਿਨ ਚਾਂਦਨੀ ਚੌਂਕ ਵਿੱਚ। ਰਸਤੇ ਦੇ ਇੱਕ ਪਾਸੇ ਬਰੋਟੇ ਦੇ ਹੇਠਾਂ ਗੁਰੂ ਜੀ ਦਾ ਧੜ ਤੇ ਸੀਸ ਵੱਖਰੇ ਵੱਖਰੇ ਪਏ ਸਨ। ਉਹਨਾਂ ਵਿੱਚੋਂ ਸਿਮਦਾ ਸਿਮਦਾ ਲਹੂ ਰਸਤੇ ਵੱਲ ਵਗ ਰਿਹਾ ਸੀ। ਦੂਜੇ ਪਾਸੇ ਭਾਈ ਮਤੀ ਦਾਸ ਜੀ ਦਾ ਚੀਰਿਆ ਹੋਇਆ ਸਰੀਰ 2 ਲੱਕੜੀ ਦੇ ਥੰਮਾਂ ਵਿੱਚ ਲਟਕ ਰਿਹਾ ਸੀ। ਵੱਡੀ ਦੇਗ ਥੱਲੋਂ ਅੱਗ ਬੁਝ ਚੁੱਕੀ ਸੀ। ਭਾਈ ਦਿਆਲਾ ਜੀ ਦਾ ਸਰੀਰ ਉਸ ਉਬਲਦੇ ਹੋਏ ਪਾਣੀ ਵਿੱਚ ਘੁਲ ਗਿਆ ਸੀ, ਕੇਵਲ ਪਿੰਜਰ ਹੀ ਬਾਕੀ ਰਹਿ ਗਿਆ ਸੀ। ਭਾਈ ਸਤੀ ਦਾਸ ਜੀ ਦਾ ਸਾਰੇ ਦਾ ਸਾਰਾ ਸਰੀਰ ਅਗਨ ਭੇਂਟ ਹੋ ਚੁੱਕਾ ਸੀ। ਬਸ
ਰਾਖ ਵਿੱਚ ਖਿਲ ਰਹੀਆਂ ਕੁਝ ਹੱਡੀਆਂ ਨਜ਼ਰ ਆ ਰਹੀਆਂ ਸਨ। ਹਜੂਮ ਖਿੰਡ ਚੁੱਕਾ ਸੀ। ਕੋਈ ਟਾਵਾਂ ਟਾਵਾਂ ਰਾਹੀ ਪੈ ਪੀਤ ਹੋ ਕੇ ਚਾਂਦਨੀ ਚੌਂਕ ਵਿੱਚੋਂ ਲੰਘ ਰਿਹਾ ਸੀ। ਰਾਤ ਦਾ ਹਨੇਰਾ ਪੈਰ ਪਸਾਰ ਰਿਹਾ ਸੀ। ਚਾਰੇ ਪਾਸੇ ਸਖਤ ਪਹਿਰਾ ਸੀ। ਫਿਰ ਵੀ ਹਿੰਮਤ ਕਰਕੇ ਲੁਕ ਛਿਪ ਕੇ ਕੁਝ ਸਿੱਖ ਇਕੱਠੇ ਹੋਏ ਤੇ ਵਿਚਾਰਾਂ ਕੀਤੀਆਂ। ਚੱਲ ਪੁੱਤ, ਅੰਦਰ ਚੱਲ ਕੇ ਰੋਟੀ ਖਾ ਲੈ। नहीं माँ, मैं नहीं खानी। हैं? क्यों? चल चल, थोड़ी जी तो खा ले। मैं कहा ना माँ, मैं नहीं खानी रोटी। ओहो, की गल होगी बई, क्यों नहीं खानी? पता नहीं माँ, अज मेरा जी नहीं कर रहा रोटी खान नू। हाँ पुत्र, अज किसदा जी करना है रोटी खान नू? पर कोई गल तां दसो भी होया की है? आखिर वही होया जिसदा डर सी। डर सी? पर दसो तो सही भी होया की है? जालमा ने अज गुरु तेग बहादुर साहब नू भी शहीद कर दिता। गुरु जी ने बरोटे हेठ बैठ के जपजी साहब दे पाठ दा भोग पा के जो ही मत्था टेकण वास्ते शीस नवाया, जल्लाद ने गुरु जी दे झुके हुए शीस ते तलवार दा इको वार करके गुरु जी दा शीस तड़ नालों अलग कर दिता। वाहेगुरु। बादशाह ने यह भी कहा, गुरु जी दे शरीर दे टुकड़े टुकड़े करके दिल्ली दे बाजारां विच टंग दिते जाण। वाहेगुरु, इन्हां पापियां नू बख्शी ना, बख्शी ना। मेरा तां जी करदा सी उन्हां ज़ालमां दे टुकड़े टुकड़े कर दवां। संभलो भाई, संभलो। मेरी गल ध्यान नाल सुनो। रात दा समा है। इस तो पहला कि गुरु जी दे सीस ते धड़ नाल कोई बेअदबी होवे, क्यों ना गुरु जी दा सीस ते धड़ उथों चुक ले जान। भरावा, पहरा बहुत सख्त है। चप्पे चप्पे ते सूए ते सिपाही गश्त कर रहे ने ते साडे कोल कोई साधन नहीं। एहो जी हालत विच गुरु जी दा शरीर मोढिया ते चक के साथों भज्या नहीं जाना। ਭਰਾਵੋ, ਮੇਰੀ ਇੱਕ ਗੱਲ ਸੁਣੋ। ਲੱਖੀ ਸ਼ਾਹ ਕੋਲ ਬੈਲ ਵੀ ਨੇ ਤੇ ਗੱਡੇ ਵੀ ਨੇ। ਅੱਜ ਹੀ ਉਹਦਾ ਪੂਰਾ ਟਾਂਡਾ ਨਾਲ ਟਵਾਣਾ ਸੀ। ਕਿਉਂ ਨਾ ਭਾਈ ਲੱਖੀ ਸ਼ਾਹ ਨਾਲ ਮਿਲ ਕੇ ਕੋਈ ਜੁਗਤ ਲੜਾਈ ਜਾਵੇ। हाँ ये ठीक है। मैं ਤਾਂ कहना है भी समा खराब ना करो, हुणे तुर पाओ। भरावा, पहरा बहुत सख्त है। चप्पे चप्पे ते सूए दे सिपाही गश्त कर रहे ने। बच बचा के जायो, कल्ले कल्ले होके निकल चलो। चलो फिर छेती करो। हाँ हाँ, चलो भी चलो। चलो ਭਾਈ ਆਗਿਆ, ਭਾਈ ਜੈਤਾ, ਭਾਈ ਨਾਨੂ, ਭਾਈ ਉਦਾ ਰਠੌਰ ਅਤੇ ਹੋਰ ਸਿੱਖ ਸੂਈਆਂ ਸਿਪਾਹੀਆਂ ਤੋਂ ਬਚਦੇ ਬਚਾਉਂਦੇ ਜਮਨਾ ਦੇ ਕੰਢੇ ਲੱਖੀ ਸ਼ਾਹ ਦੇ ਡੇਰੇ ਪਹੁੰਚੇ। ਭਾਈ ਲੱਖੀ ਸ਼ਾਹ ਗੁਰੂ ਜੀ ਦੀ ਸ਼ਹੀਦੀ ਦਾ ਬਿਰਤਾਂਤ ਸੁਣ ਕੇ ਬਹੁਤ ਦੁਖੀ ਹੋਇਆ। ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ, ਜੋ ਸੇਵਾ ਕਹੋ ਮੈਂ ਕਰਨ ਨੂੰ ਤਿਆਰ ਹਾਂ। ਅੱਧੀ ਰਾਤ ਬੀਤ ਚੁੱਕੀ ਸੀ। ਚਾਰੇ ਪਾਸੇ ਘੋਰ ਹਨੇਰਾ ਸੀ। ਭਾਈ ਲੱਖੀ ਸ਼ਾਹ ਆਪਣੇ ਭਰੇ ਹੋਏ ਗੱਡਿਆਂ ਨੂੰ ਲੈ ਕੇ ਚਾਂਦਨੀ ਚੌਕ ਕੋਤਵਾਲੀ ਵੱਲ ਹੋ ਤੁਰਿਆ। ਭਾਈ ਆਗਿਆ, ਭਾਈ ਜੈਤਾ, ਭਾਈ ਨਾਨੂ, ਭਾਈ ਉਦਾ ਅਤੇ ਭਾਈ ਲੱਖੀ ਦਾ ਬੇਟਾ ਨਗਾਈਆ ਸੂਈਆਂ ਸਿਪਾਹੀਆਂ ਤੋਂ ਬਚਦੇ ਬਚਾਉਂਦੇ ਉਹਨਾਂ ਗੱਡਿਆਂ ਦੇ ਓਲੇ ਓਲੇ ਹੀ ਉਹਨਾਂ ਦੇ ਨਾਲ ਹੋ ਤੁਰੇ। ਅਚਾਨਕ ਜ਼ੋਰਦਾਰ ਖਨੇਰੀ ਚੱਲਣ ਲੱਗ ਪਈ। ਬੱਦਲ ਗਰਜਣ ਲੱਗ ਪਏ। ਬਿਜਲੀ ਲਿਸ਼ਕਣ ਲੱਗ ਪਈ। ਮੌਲੇਦਾਰ ਬਾਰਿਸ਼ ਸ਼ੁਰੂ ਹੋ ਗਈ। ਇਸ ਹਨੇਰੀ ਮੀਂਹ ਤੋਂ ਬਚਦੇ ਸਿਪਾਹੀ ਇੱਕ ਨੁੱਕਰ ਵਿੱਚ ਚਲੇ ਗਏ।
ਮੌਕਾ ਪਾ ਕੇ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਗਾਇਬ ਹੋ ਗਿਆ। ਭਾਈ ਲੱਖੀ ਨੇ ਆਪਣੀ ਪੁੱਤਰ ਨਗਾਈਏ ਦੀ ਮਦਦ ਦੇ ਨਾਲ ਗੁਰੂ ਜੀ ਦਾ ਧੜ ਇੱਕ ਗੱਡੇ ਵਿੱਚ ਰੱਖਿਆ ਤੇ ਚੱਲਦਾ ਬਣਿਆ। ਜਦੋਂ ਤੱਕ ਸਿਪਾਹੀਆਂ ਨੂੰ ਪਤਾ ਲੱਗਦਾ ਗੁਰੂ ਜੀ ਦਾ ਧੜ ਤੇ ਸੀਸ ਗਾਇਬ ਹੋ ਚੁੱਕੇ ਸਨ। चलो चलाई हो रही गड़ गड़ वर्षे मेघ, लखी निगाहिया ले गया, तू खड़ा तमाशा वेख। क्यों जनाब सुते पे हो? मैं किथे सुता पिया? सुता ਤਾਂ ਤੂੰ ਪਿਆ। ਉਹ ਮੈਂ ਤਾਂ ਸਾਰੀ ਰਾਤ ਵਰਦੇ ਮੀਂਹ 'ਚ ਗੁਰੂ ਦੀ ਲਾਸ਼ ਤੇ ਪਹਿਰਾ ਦਿੰਦਾ ਰਿਹਾ। ਤੇ ਮੈਂ ਕਿਹੜਾ ਸੌਂ ਗਿਆ ਸੀ? ਮੈਂ ਵੀ ਤਾਂ ਸਾਰੀ ਰਾਤ ਵਰਦੀ ਨੇਰੀ 'ਚ ਪਹਿਰਾ ਦਿੰਦਾ ਰਿਹਾ। ਅੱਛਾ, ਪਹਿਰਾ ਦਿੰਦਾ ਰਿਹਾ। ਹੈ ਉਹ ਪਰ ਗੁਰੂ ਦਾ ਸੀਸ ਤੇ ਧੜ ਤਾਂ ਵਿਖਾਈ ਨਹੀਂ ਦਿੰਦਾ। ਹੈ ਨਾ, ਹੁਣੇ ਤੇ ਇੱਥੇ ਸੀ, ਮੈਂ ਤੇ ਇੱਥੇ ਪਹਿਰਾ ਦਿੱਤਾ। ਪਹਿਰਾ ਦਿੱਤਾ? ਹਾਂ, ਇੱਥੇ ਪਹਿਰਾ ਦਿੱਤਾ। ਪਰ ਗੁਰੂ ਦਾ ਸੀਸ ਤੇ ਧੜ ਤਾਂ ਇੱਥੇ ਵਿਖਾਈ ਨਹੀਂ ਦਿੰਦਾ। ਉਹ ਵੇਖ, ਉਹ ਵੇਖ, ਉਹ ਦੇਗ ਤਾਂ ਉੱਥੇ ਹੀ ਪਈ ਹੈ ਜਿਸ 'ਚ ਜਾਲੇ ਨੂੰ ਵਾਲਿਆ ਗਿਆ ਸੀ। ਉਹ ਵੇਖ, ਉਹ ਵੇਖ, ਉਹ ਵੇਖ, ਸਤੀ ਦਾਸ ਦਾ ਜਲਿਆ ਹੋਇਆ ਪਿੰਜਰ ਵੀ ਇੱਥੇ ਹੀ ਪਿਆ। ਉਹ ਵੇਖ, ਉਹ ਵੇਖ, ਮਤੀ ਦਾਸ ਦਾ ਕੱਟਿਆ ਹੋਇਆ ਸਰੀਰ ਵੀ ਇੱਥੇ ਲਟਕ ਰਿਹਾ, ਪਰ ਗੁਰੂ ਦਾ ਸੀਸ ਤੇ ਧੜ ਵਿਖਾਈ ਨਹੀਂ ਦਿੰਦਾ। ਉਹ ਕਰਮਦੀਨ, ਉਹ ਕਰਮਦੀਨ, ਤੂੰ ਇੱਥੇ ਖੜਾ ਹੋ ਕੇ ਪਹਿਰਾ ਦੇ। ਮੈਂ ਮਸੂਲ ਤੋਂ ਪੁੱਛ ਕੇ ਆਨਾ ਰਾਤੀ ਇੱਥੋਂ ਕੌਣ ਲੰਘਿਆ ਸੀ। ਉਹ ਇੱਥੇ ਖੜਾ ਰਹੀ, ਕਿਤੇ ਆਹ ਲਾਸ਼ਾਂ ਵੀ ਨਾ ਲੈ ਜਾਏ ਕੋਈ ਚੱਕ ਕੇ। ਮੈਂ ਹੁਣੇ ਆਇਆ, ਮੈਂ ਹੁਣੇ ਪੁੱਛ ਕੇ ਆਨਾ। ਯਾ ਅੱਲਾ, ਸਾਡੇ ਤੇ ਰਹਿਮ ਕਰੀ, ਰਹਿਮ ਕਰੀ, ਰਹਿਮ ਕਰੀ। ਉਹ ਕਰਮਦੀਨ, ਪਤਾ ਲੱਗ ਗਿਆ, ਪਤਾ ਲੱਗ ਗਿਆ, ਪਤਾ ਲੱਗ ਗਿਆ। ਹਾਂ, ਰਾਤੀ ਇੱਥੋਂ ਲੱਖੀ ਸ਼ਾਹ ਰਸੀਨੇ ਵਾਲੇ ਦਾ 4 ਗੱਡਿਆਂ ਤੇ ਪੂਰਾ ਟਾਂਡਾ ਲੰਘਿਆ। ਲੱਖੀ ਸ਼ਾਹ? ਪਰ ਮੈਂ ਤਾਂ ਸੁਣਿਆ ਲੱਖੀ ਸ਼ਾਹ ਗੁਰੂ ਦਾ ਪੱਕਾ ਸਿੱਖ ਹੈ। ਅੱਛਾ, ਹਾਂ, ਲੱਖੀ ਸ਼ਾਹ ਗੁਰੂ ਦਾ ਪੱਕਾ ਸਿੱਖ ਹੈ। ਚੱਲ ਪਹਿਲਾਂ ਲੱਖੀ ਸ਼ਾਹ ਦੇ ਘਰ ਦੀ ਤਲਾਸ਼ੀ ਲਈਏ। ਚੱਲ ਮੇਰੇ ਨਾਲ, ਚੱਲ। ਚਲੋ ਜਨਾਬ, ਚਲੋ ਚਲੋ। ਕਿਉਂ ਬਈ, ਲੱਖੀ ਸ਼ਾਹ ਦਾ ਘਰ ਕਿਹੜਾ ਹੈ? ਉਹ ਦੇਖੋ ਜੀ, ਘਰ ਨੂੰ ਤਾਂ ਅੱਗ ਲੱਗੀ ਹੋਈ ਹੈ। ਕਰਮਦੀਨ ਜੀ ਜਨਾਬ। ਲੱਖੀ ਸ਼ਾਹ ਦਾ ਘਰ ਤਾਂ ਧੂ ਕਰਕੇ ਮੱਚ ਰਿਹਾ ਹੈ। ਹਾਂਜੀ। ਚੱਲ ਇਸ ਗੱਲ ਦੀ ਇਤਲਾਹ ਹਾਕਮਾਂ ਨੂੰ ਦਈਏ। ਚੱਲ ਮੇਰੇ ਨਾਲ। ਚਲੋ ਜਨਾਬ, ਚਲੋ ਚਲੋ। तेग बहादुर के चलत भयो जगत को सोग, है सब जग भयो, जय 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 सुरलोक। तन तन गुरु तेग बहादुर, तन तन गुरु तेग बहादुर, तेग बहादुर हिंद दी चादर, तेग बहादुर हिंद दी चादर। तन तेग बहादुर, तन गुरु तेग बहादुर, तन तेग बहादुर, तन गुरु तेग ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦਾ ਧੜ ਆਪਣੇ ਘਰ ਵਿੱਚ ਲਿਆ ਰੱਖਿਆ। ਸਾਰੇ ਘਰ ਨੂੰ ਅੱਗ ਲਾ ਕੇ ਉਸ ਨੇ ਗੁਰੂ ਜੀ ਦੇ ਧੜ ਦਾ ਅੰਤਮ ਸੰਸਕਾਰ ਕਰ ਦਿੱਤਾ। ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਆਪਣੇ ਘਰ ਆ ਗਿਆ। ਉਸ ਨੇ ਗੁਰੂ ਜੀ ਦੇ ਸੀਸ ਨੂੰ ਰੁਮਾਲੇ ਵਿੱਚ ਲਪੇਟ ਕੇ ਇੱਕ ਟੋਕਰੀ ਵਿੱਚ ਰੱਖਿਆ ਅਤੇ ਰਾਤ ਦੇ ਹਨੇਰੇ ਵਿੱਚ ਘਰੋਂ ਨਿਕਲ ਤੁਰਿਆ। ਰਸਤੇ ਵਿੱਚ ਭਾਈ ਆਗਿਆ, ਭਾਈ ਨਾਨੂ ਅਤੇ ਭਾਈ ਉਹਦਾ ਵੀ ਉਸ ਦੇ ਨਾਲ ਰਲ ਗਏ।
ਦਿਨ ਰਾਤ ਇੱਕ ਕਰਕੇ ਚੱਲਦੇ ਗਏ ਅਤੇ ਚੌਥੇ ਦਿਨ ਚੱਕ ਨਾਨਕੀ ਪਹੁੰਚ ਕੇ ਉਹਨਾਂ ਸਾਰੀ ਵਿਥਿਆ ਗੁਰੂ ਗੋਬਿੰਦ ਰਾਏ ਜੀ ਨੂੰ ਸੁਣਾਈ। ਗੁਰੂ ਜੀ ਨੇ ਭਾਈ ਜੈਤੇ ਨੂੰ ਕਲਾਵੇ ਵਿੱਚ ਲੈ ਲਿਆ, ਉਸ ਦਾ ਮੱਥਾ ਚੁੰਮਿਆ ਅਤੇ ਕਿਹਾ, ਰੰਗ ਰੇਟੇ ਗੁਰੂ ਕੇ ਬੇਟੇ। ਉਧਰ ਦਿੱਲੀ ਦੇ ਸਿੱਖਾਂ ਨੇ ਕਈ ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸਰੀਰ ਦੇ ਬਚੇ ਖੁੱਚੇ ਹਿੱਸੇ ਚੁਕਵਾ ਲਏ ਅਤੇ ਬੜੇ ਅਦਮ ਦੇ ਨਾਲ ਜਮਨਾ ਦੇ ਕੰਢੇ ਭੋਗਲਪੁਰੀ ਵਿਖੇ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਔਰੰਗਜ਼ੇਬ ਸਮਝ ਰਿਹਾ ਸੀ ਕਿ ਉਸ ਨੇ ਆਵਾਮ ਦੀ ਆਵਾਜ਼ ਨੂੰ ਦਬਾ ਦਿੱਤਾ ਹੈ, ਪਰ ਉਸ ਦਾ ਇਹ ਭੁਲੇਖਾ ਇੱਕ ਦਿਨ ਦੋ ਛੋਟੇ ਸਿੱਖ ਬੱਚਿਆਂ ਨੇ ਦੂਰ ਕਰ ਦਿੱਤਾ। 27 ਅਕਤੂਬਰ ਸਨ 1676 ਵਾਲੇ ਦਿਨ ਬਾਦਸ਼ਾਹ ਔਰੰਗਜ਼ੇਬ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਲਾਲ ਕਿਲੇ ਵੱਲ ਪਰਤ ਰਿਹਾ ਸੀ। ਰਸਤੇ ਵਿੱਚ ਦੋ ਛੋਟੇ ਸਿੱਖ ਬੱਚੇ ਖੇਡ ਰਹੇ ਸਨ। ਆਓ ਦੇਖਦੇ ਹਾਂ ਕੀ ਕਰਦੇ ਨੇ ਇਹ ਛੋਟੇ ਸਿੱਖ ਬੱਚੇ। ਆ ਵੇਖੋ ਇਹ ਅਮਰੂਦਾਂ ਦਾ ਦਰਖਤ। ਬੱਲੇ ਹੋ ਬੱਲੇ, ਕਿੰਨੇ ਅਮਰੂਦ ਲੱਗੇ ਨੇ। ਤੈਨੂੰ ਪਤਾ ਹੈ ਮੇਰਾ ਨਿਸ਼ਾਨਾ ਬਹੁਤ ਪੱਕਾ ਹੈ, ਇੱਕੋ ਟੀਮ ਮਾਰ ਕੇ ਸਾਰੇ ਅਮਰੂਦਾਂ ਦਾ ਦਰਖਤ ਖਾਲੀ ਕਰ ਦੂੰ। ਓਏ ਨਿਸ਼ਾਨਾ ਤਾਂ ਮੇਰਾ ਵੀ ਕੱਚਾ ਨਹੀਂ, ਇੱਕੋ ਟੀਮ ਮਾਰੂ ਅਮਰੂਦ ਥੱਲੇ ਲਾ ਲੂੰ। ਚੱਲ ਆ ਜਾ ਫਿਰ ਤੋੜੀਏ, ਚੱਲ ਦੇਖਦੇ ਆ। ਓਏ ਉਹ ਵੇਖ ਲਾਲ ਕਿਲਾ, ਇੱਥੇ ਬਾਦਸ਼ਾਹ ਰਹਿੰਦਾ ਹੈ। ਤੈਨੂੰ ਪਤਾ ਹੈ ਬਾਦਸ਼ਾਹ ਬਹੁਤ ਜ਼ਾਲਮ ਹੈ, ਉਸਨੇ ਸਾਡੇ ਗੁਰੂ ਜੀ ਨੂੰ ਸ਼ਹੀਦ ਕੀਤਾ। ਇਹ ਕਿਸ ਨੂੰ ਨਹੀਂ ਪਤਾ, ਬਾਦਸ਼ਾਹ ਨੇ ਬਹੁਤ ਜ਼ੁਲਮ ਕੀਤੇ ਨੇ ਗੁਰੂ ਜੀ ਤੇ। ਮੇਰਾ ਤਾਂ ਜੀ ਕਰਦਾ ਮੈਂ ਉਸਦਾ ਗਲਾ ਘੋਟ ਦਿਆਂ, ਤੇ ਮੇਰਾ ਜੀ ਕਰਦਾ ਮੈਂ ਤਲਵਾਰ ਨਾਲ ਉਸਦੀ ਗਰਦਨ ਲਾ ਦਿਆਂ। ਓਏ ਪਰ ਆਪਾਂ ਤਾਂ ਬੱਚੇ ਆ, ਸਾਡੇ ਹੱਥ ਉਸਦੀ ਗਰਦਨ ਤੱਕ ਪਹੁੰਚਣੇ ਨੇ। ਕਿਉਂ ਨਹੀਂ ਪਹੁੰਚਣੇ, ਚੜ ਮੇਰੇ ਮੋਢਿਆਂ ਤੇ ਫਿਰ ਪਹੁੰਚਾ ਲਈ ਹੱਥ। ਵਾਹ ਮੁਲਾਇਜਾ ਹੋਸ਼ਿਆਰ सल्तनत हिंद आलमगीर औरंगजेब की सवारी आ रही है। ਓਏ ਉਹ ਵੇਖ ਬਾਦਸ਼ਾਹ ਦੀ ਸਵਾਰੀ ਆ ਰਹੀ ਹੈ, ਆਪਾਂ ਝਾੜੀਆਂ ਉੱਲੇ ਲੁੱਕ ਕੇ ਬਾਦਸ਼ਾਹ ਨੂੰ ਵੇਖਦੇ ਆਂ। ਓਏ ਠਹਿਰੋ ਠਹਿਰ, ਆ ਫੜ ਇੱਟ, ਜਦੋਂ ਬਾਦਸ਼ਾਹ ਦੀ ਸਵਾਰੀ ਲੰਘੂ ਇੱਟ ਮਾਰਾਂਗੇ ਤੇ ਫੇਰ ਦੇਖਾਂਗੇ ਨਿਸ਼ਾਨਾ ਕਿਹਦਾ ਪੱਕਾ। ਮੈਂ ਤਾਂ ਇੱਟ ਮਾਰ ਕੇ ਉਸਦਾ ਸਿਰ ਪਾੜ ਦਿਆਂਗਾ ਤੇ ਮੈਂ ਇੱਟ ਮਾਰ ਕੇ ਉਸਦਾ ਤਾਜ ਲਾ ਦਿਆਂਗਾ। ਚਲੋ ਚੱਲ, ਬਾਦਸ਼ਾਹ ਦੀ ਸਵਾਰੀ ਆ ਗਈ, ਚੱਲ ਮਾਰ। ਫੜ ਇਹਨੂੰ, ਫੜੋ, ਬਚ ਕੇ ਨਹੀਂ ਜਾਣੇ ਚਾਹੀਦੇ। ਫੜ ਇਹਨੂੰ। ਕੌਣ ਹੈ ਤੂੰ? ਮੈਂ ਗੁਰੂ ਦਾ ਸਿੱਖ ਹਾਂ। ਬਾਦਸ਼ਾਹ ਨੂੰ ਇੱਟ ਕਿਉਂ ਮਾਰੀ ਹੈ? ਬਾਦਸ਼ਾਹ ਜ਼ਾਲਮ ਹੈ, ਉਸਨੇ ਸਾਡੇ ਗੁਰੂ ਜੀ ਨੂੰ ਸ਼ਹੀਦ ਕੀਤਾ, ਇਸ ਲਈ ਇੱਟ ਮਾਰੀ ਹੈ ਮੈਂ। ਤੈਨੂੰ ਪਤਾ ਹੈ ਤੇਰੇ ਇਸ ਜ਼ੁਰਮ ਦੇ ਬਦਲੇ ਤੇਰਾ ਸਿਰ ਕਲਮ ਕੀਤਾ ਜਾ ਸਕਦਾ ਹੈ? ਹਾਂ ਮੈਨੂੰ ਪਤਾ ਹੈ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਕੀ ਸਿਦਕ ਨਾ ਜਾਏ। ਇਹ ਤਾਂ ਸੀ ਉਸ ਸਮੇਂ ਦੀ ਕਹਾਣੀ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਪਰ ਕਹਾਣੀ ਇੱਥੇ ਮੁੱਕੀ ਨਹੀਂ। ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ 9 ਸਾਲ ਦੇ ਸਨ ਬਾਲ ਗੁਰੂ ਗੋਬਿੰਦ ਰਾਏ ਜੀ। ਜਦੋਂ ਗੁਰੂ ਜੀ ਭਰ ਜੋਬਨ ਵਿੱਚ ਆਏ ਤਾਂ ਉਹਨਾਂ ਨੇ ਇਸ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦੇਣ ਦਾ ਨਿਸ਼ਚਾ ਕੀਤਾ ਤੇ ਇੱਕ ਦਿਨ ਗੁਰੂ ਜੀ ਸਿੱਖਾਂ ਨੂੰ ਕਹਿਣ ਲੱਗੇ, ਮੈਂ ਤੁਹਾਨੂੰ ਰਾਜ ਦੇਣਾ, ਮੈਂ ਤੁਹਾਨੂੰ ਰਾਜ ਦੇਣਾ, ਮੈਂ ਤੁਹਾਨੂੰ ਰਾਜ ਦੇਣਾ। ਰਾਜ ਦੇਣਾ? ਓਏ ਕਿਹੜੀ ਉਲਟੀ ਗੰਗਾ ਬਗਾਨ ਲੱਗ ਪਏ ਨੇ ਗੁਰੂ ਜੀ। ਕਿਹੜਾ ਰਾਜ? ਕਿਹੜੇ ਮੁਲਕ ਦਾ ਰਾਜ? ਸਾਨੂੰ ਕੰਮੀ ਕਮੀਨਾ ਨੂੰ ਰਾਜ? ਆ ਮੇਰੇ ਵਰਗੇ ਗਰੀਬ ਬੰਦਿਆਂ ਨੂੰ ਰਾਜ, ਗੁਲਾਮਾਂ ਨੂੰ ਰਾਜ। ਰਾਜੇ ਬਣਨਗੇ ਇਹ ਪਾਟੇ ਕੱਪੜਿਆਂ ਵਾਲੇ। ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਨੇ ਗੁਰੂ ਜੀ। ਚਿੜੀਆਂ ਤੋਂ ਬਾਜ ਮਰਵਾਉਣਾ ਚਾਹੁੰਦੇ ਨੇ ਗੁਰੂ ਜੀ। ਥੇਲਿਆਂ ਤੋਂ ਬਘਿਆੜ ਮਰਵਾਉਣਾ ਚਾਹੁੰਦੇ ਨੇ। ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤਾਂ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ। ਲੱਗਦਾ ਹੈ ਜੇ ਬਚਪਨਾ ਹੈ, ਖੇਡਾਂ ਖੇਡਣ ਦੀ ਗੱਲ ਕਰਦੇ ਹੋਣਗੇ,
ਮੰਜੇ ਤੇ ਬਹਿ ਕੇ ਸਿੱਖਾਂ ਨੂੰ ਗੱਤਕਾ ਜੋ ਕਢਾਉਂਦੇ ਨੇ, ਕਿਤੇ ਖੇਡ ਖੇਡ ਵਿੱਚ ਕਹਿ ਬੈਠੇ ਹੋਣਗੇ। ਉਮਰ ਵੱਲ ਨਾ ਵੇਖੋ ਭਾਈ, ਗੁਰੂ ਜੀ ਬਹੁਤ ਉੱਚੀਆਂ ਗੱਲਾਂ ਕਰਦੇ ਨੇ। ਫੇਰ ਭਾਈ ਸਿੱਖਾਂ ਨੇ ਕੀ ਕਿਹਾ? ਜਦੋਂ ਸਿੱਖਾਂ ਨੇ ਪੁੱਛਿਆ, ਹੁਜੂਰ ਦੱਸੋ ਤਾਂ ਸਹੀ ਕਿਹੜਾ ਰਾਜ, ਤਾਂ ਗੁਰੂ ਜੀ ਬੋਲੇ, ਆ ਮੁਗਲਾਂ ਦਾ ਰਾਜ, ਆ ਆਪਣਾ ਹੀ ਤਾਂ ਹੈ, ਖੋਲੋ ਤੇ ਮੰਨ ਲੋ। ਠੀਕ ਕਹਿੰਦੇ ਨੇ ਗੁਰੂ ਜੀ, ਇਹ ਰਾਜ ਆਪਣਾ ਹੀ ਤਾਂ ਹੈ। ਜੇ ਬਾਹਰੋਂ ਆ ਕੇ ਕੋਈ ਤੁਹਾਡੀ ਚੀਜ਼ ਖੋਲੇ ਤਾਂ ਉਹ ਚੀਜ਼ ਉਹਦੀ ਕਿਵੇਂ ਹੋਗੀ ਹੈ? ਸਦੀਆਂ ਤੋਂ ਇਹ ਮੁਗਲ ਬਾਹਰੋਂ ਆ ਕੇ ਸਾਡੇ ਤੇ ਰਾਜ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ। ਸਾਨੂੰ ਇਹਨਾਂ ਤੋਂ ਇਹ ਰਾਜ ਖੋਣਾ ਹੀ ਚਾਹੀਦਾ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਇਹ ਨਾਮੁਮਕਿਨ ਹੈ। ਮੁਗਲਾਂ ਤੋਂ ਅਸੀਂ ਰਾਜ ਕਿਵੇਂ ਖੋ ਸਕਦੇ ਹਾਂ? ਉਹ ਆਦ ਸਿਪਾਹੀ, ਮੁਗਲ ਪਠਾਨ, ਅਸੀਂ ਜੱਟ ਬੂਟ ਨਾਈ ਤਰਖਾਨ। ਗੁੱਜਰ, ਕੰਬੋ, ਕੁਮਾਰ ਤੇ ਨੀਵੇਂ ਜਾਤਾਂ ਵਾਲੇ ਸ਼ੂਦਰ, ਓਏ ਸਾਨੂੰ ਰਾਜਨੀਤੀ ਕਿੱਥੇ ਆਉਂਦੀ ਐ? ਉਹ ਬਈ ਅਸੀਂ ਤਾਂ ਦਾਸ ਹਾਂ, ਗੁਲਾਮ ਆ ਗੁਲਾਮ। ਉਹ ਬਈ ਗੁਲਾਮ ਵੀ ਕਦੇ ਰਾਜ ਕਰਦੇ ਹੁੰਦੇ ਨੇ? ਕਿੱਥੇ ਅਸੀਂ ਚਿੜੀਆਂ ਤੇ ਉਹ ਬਾਜ, ਅਸੀਂ ਛੇਲੇ ਤੇ ਉਹ ਬਗਿਆੜ। ਓਏ ਅਸੀਂ ਉਹਨਾਂ ਦਾ ਮੁਕਾਬਲਾ ਕਿੱਥੇ ਕਰ ਸਕਦੇ ਆਂ? ਓਏ ਉਹ ਤਾਂ ਸਾਨੂੰ ਤੋੜ ਤੋੜ ਕੇ ਖਾ ਜਾਣਗੇ। ਗੁਰੂ ਜੀ ਨੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ, 7 सनात और 12 जात, जाने नाही राजनीति की बात, इन्हीं को सरदार बनाऊं, राज करण की रीत सिखाऊं, इन गरीब सिखन को दूं पातशाही, ए याद करें हमरी गुरियाई। गुरु जी ने होर भी तो कहा सी, चिड़ियों से मैं बाज उड़ाऊं, छेलन से बघियाड़ मरवाऊं, 1.25 लाख से एक लड़ाऊं, तबे गोविंद सिंह नाम कहाऊं। ਓਏ ਪਹਾੜੀਆਂ ਵਿਰੁੱਧ 4 ਜੰਗਾਂ ਕੀ ਜਿੱਤ ਲੀਆਂ, ਇੰਨਾ ਹੌਸਲਾ ਵੱਧ ਗਿਆ ਗੁਰੂ ਜੀ ਦਾ। ਮੁਗਲ ਸਰਕਾਰ ਨਾਲ ਟੱਕਰ ਲੈਣ ਦੀ ਗੱਲ ਕਰਨ ਲੱਗ ਪਏ ਨੇ। ਸਰਕਾਰ ਬਾਗੀਆਂ ਦਾ ਕਾਣ ਬੱਚਾ ਪੀੜ ਕੇ ਰੱਖ ਦਿੰਦੀ ਐ, ਵੱਡੀਆਂ ਵੱਡੀਆਂ ਬਗਾਵਤਾਂ ਕੁਚਲ ਕੇ ਰੱਖ ਦਿੰਦੀ ਐ। ਫਿਰ ਇਹ ਸਰਕਾਰ ਤਾਂ ਹੈ ਹੀ ਜ਼ਾਲਮ ਮੁਗਲਾਂ ਦੀ। ਵੇ ਇਹ ਮੁਗਲ ਤਾਂ ਰਾਜ ਗੱਦੀ ਲਈ ਆਪਣੇ ਸਕੇ ਭਰਾ, ਪਿਓ ਤੇ ਪੁੱਤਰ ਨੂੰ ਮਾਰਨ ਤੋਂ ਗੁਰੇਜ਼ ਨਹੀਂ ਕਰਦੇ। ਇਹਨਾਂ ਨਾਲ ਟੱਕਰ ਲੈਣੀ ਠੀਕ ਨਹੀਂ। ਬਈ ਮੈਨੂੰ ਤਾਂ ਲੱਗਦਾ ਗੁਰੂ ਜੀ ਅਮਨ ਚੈਨ ਭੰਗ ਕਰਕੇ ਹੀ ਰਹਿਣਗੇ, ਮਰਵਾਉਣਗੇ ਸਿੱਖਾਂ ਨੂੰ, ਮਰਵਾਉਣਗੇ। ਦੇਖ ਲਓ ਤੁਸੀਂ। ਕਿਹੜੇ ਅਮਨ ਚੈਨ ਦੀ ਗੱਲ ਕਰਦਾ ਹੈ? ਤੁਹਾਨੂੰ ਤਾਂ ਜ਼ੁਲਮ ਸਹਿਣ ਦੀ ਆਦਤ ਜਹੀ ਪੈ ਗਈ ਏ। ਇਸ ਰਾਜ ਵਿੱਚ ਜੇ ਕੁਝ ਹੈ ਤਾਂ ਕੇਵਲ ਲੁੱਟ ਖਸੁੱਟ, ਭੁੱਖਮਰੀ, ਗਰੀਬੀ, ਜ਼ੁਲਮ ਤੇ ਜ਼ਲਾਲਤ। ਕੋਈ ਮੰਦਰ ਤੱਕ ਨਹੀਂ ਛੱਡਿਆ ਇਹਨਾਂ ਨੇ, ਸਭ ਢਹਿ ਢੇਰੀ ਕਰ ਦਿੱਤੇ ਨੇ। ਜ਼ਬਰਦਸਤੀ ਧਰਮ ਬਦਲੀ ਕਰਦੇ ਨੇ। ਇਹਨੂੰ ਤੁਸੀਂ ਅਮਨ ਚੈਨ ਕਹਿੰਦੇ ਹੋ? ਉਹ ਪਰ ਸਰਕਾਰਾਂ ਨਾਲ ਟੱਕਰ ਲੈਣੀ ਹਮੇਸ਼ਾ ਮਹਿੰਗੀ ਪੈਂਦੀ ਆ। ਪਹਿਲੀਆਂ 4 ਜੰਗਾਂ ਵਿੱਚੋਂ ਤੇਰੇ ਵਰਗੇ ਭੱਜੇ ਸਨ ਲਾਜੀ ਮਸੰਦਾ ਦੇ ਮਗਰ ਲਾ ਕੇ। ਓਏ ਜਾਨ ਕਿਸ ਨੂੰ ਨਹੀਂ ਪਿਆਰੀ ਹੁੰਦੀ? ਇਸੇ ਕਰਕੇ ਤਾਂ ਅਸੀਂ ਗੁਲਾਮ ਆ, ਨਰਕ ਭਰੀ ਜ਼ਿੰਦਗੀ ਭੋਗ ਰਹੇ ਆ। ਮੁੱਠੀ ਭਰ ਲੋਕ ਨੇ ਇਹ ਜ਼ੁਲਮ ਕਰਨ ਵਾਲੇ, ਤੇ ਅਸੀਂ ਇਹਨਾਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ। ਫਿਰ ਵੀ ਇੰਨੇ ਜ਼ੁਲਮ ਸਹੀ ਜਾ ਰਹੇ ਆ। ਜ਼ਮੀਰ ਮਰ ਗਈ ਸਾਡੇ ਲੋਕਾਂ ਦੀ। 1000 ਸਾਲ ਪਹਿਲਾਂ ਮੁਹੰਮਦ ਬਿਨ ਕਾਸਿਮ ਸਿਰਫ 72 ਲੁਟੇਰੇ ਲੈ ਕੇ ਆਇਆ ਸੀ ਹਿੰਦੁਸਤਾਨ ਤੇ ਹਮਲਾ ਕਰਨ। ਜਾਤ ਪਾਤ ਵਿੱਚ ਵੰਡੇ, ਵਹਿਮਾਂ ਭਰਮਾਂ ਵਿੱਚ ਫਸੇ ਸਾਡੇ ਇਹਨਾਂ ਲੋਕਾਂ ਨੇ ਮੁੱਠੀ ਭਰ ਲੁਟੇਰਿਆਂ ਦੇ ਸਾਹਮਣੇ ਗੋਡੇ ਟੇਕ ਦਿੱਤੇ, ਤੇ ਅੱਜ ਸਾਡਾ ਸਾਰਾ ਦੇਸ਼ ਗੁਲਾਮ ਹੈ। ਫਿਰ ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ? ਗੁਰੂ ਜੀ ਨੇ ਕੱਲ ਵਿਸਾਖੀ ਤੇ ਸਾਰੀਆਂ ਸੰਗਤਾਂ ਨੂੰ ਆਨੰਦਪੁਰ ਬੁਲਾਇਆ। ਸਾਨੂੰ ਵੀ ਆਨੰਦਪੁਰ ਜਾ ਕੇ ਗੁਰੂ ਜੀ ਦੇ ਵਿਚਾਰ ਸੁਣਨੇ ਚਾਹੀਦੇ ਨੇ। ਸ਼ਾਇਦ ਗੁਰੂ ਜੀ ਹੀ ਕੋਈ ਰਾਹ ਦੱਸ ਦੇਣ। ਹਾਂ, ਇਹ ਗੱਲ ਤਾਂ ਠੀਕ ਹੈ ਬਈ। ਚਲੋ ਫਿਰ ਦੇਰ ਕਿਉਂ ਕਰਦੇ ਹੋ? ਹੁਣੀ ਚੱਲਦੇ ਆ, ਸਵੇਰ ਤੱਕ ਤਾਂ ਪਹੁੰਚ ਹੀ ਜਾਵਾਂਗੇ। ਠੀਕ ਹੈ, ਚਲੋ ਚਲੋ ਫਿਰ ਸਾਰੇ ਹੀ ਚਲੋ। ਹਾਂ ਬਿਲਕੁਲ ਵੀ ਚੱਲਣਾ ਚਾਹੀਦਾ। ਚੱਲਣਾ ਚਾਹੀਦਾ। ਚਲੋ ਬਈ, ਚਲੋ 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 ਬਈ, ਚਲੋ ਸਾਰੇ ਚੱਲਦੇ ਆ, ਸਾਰੇ ਚੱਲਦੇ ਆ। ਚਲੋ ਸਾਰੇ ਆਨੰਦਪੁਰ ਚੱਲਦੇ ਆ। ਚਲੋ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ, ਸਭ ਸੰਗਤਾਂ
ਚੱਲੀਆਂ ਆਨੰਦਪੁਰ ਨੂੰ ਗੁਰਾਂ ਦੇ ਸੱਦੇ ਆਏ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ ਗੁਰੂ ਗੋਬਿੰਦ ਜੀ ਆਏ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ ਨੀਲਾ ਕੋੜਾ ਬਾਂਕਾ ਜੋੜਾ ਨੀਲਾ ਕੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸੁਹਾਏ ਸਭ ਸੰਗਤਾਂ ਚੱਲੀਆਂ ਆਨੰਦਪੁਰ ਨੂੰ 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 ਬੱਲੇ 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 ਵਾਹ ਬਈ ਵਾਹ ਕਿੰਨਾ ਇਕੱਠ ਹੈ ਚਾਰੇ ਪਾਸੇ ਸੰਗਤਾਂ ਹੀ ਸੰਗਤਾਂ ਦਿਸਦੀਆਂ ਨੇ ਆਹ ਲੈ ਵੀ ਇਕੱਠ ਦਾ ਬਹੁਤ ਭਾਰੀ ਆ ਬਈ ਹਾਂ ਵੀ ਹਾਂ, ਇਕੱਠ ਤਾਂ ਬਹੁਤ ਭਾਰੀ ਹੈ। ਉਹ ਚਾਰੇ ਪਾਸੇ ਤੰਬੂ ਹੀ ਤੰਬੂ, ਕਨਾਤਾਂ ਹੀ ਕਨਾਤਾਂ ਨਜ਼ਰ ਆ ਰਹੀਆਂ ਨੇ। ਉਹ ਦੇਖ ਸਾਹਮਣੇ ਬੈਠੇ ਨੇ ਗੁਰੂ ਜੀ ਦੀਵਾਨ ਵਿੱਚ ਦੂਰੋਂ ਹੀ ਕਿੰਨਾ ਜਲਾਲ ਨਜ਼ਰ ਆਉਂਦਾ ਹੈ। ਲੱਗਦਾ ਹੈ ਕਥਾ ਦਾ ਭੋਗ ਪੈ ਕੇ ਹਟਿਆ। ਬਹਿ ਜਾਓ ਬਈ ਬਹਿ ਜਾਓ ਬਹਿ ਜਾਓ ਬਹਿ ਜਾਓ। ਹੈਂ ਉਹ ਆ ਕੀ ਗੁਰੂ ਜੀ ਤਾਂ ਹੱਥ 'ਚ ਨੰਗੀ ਤਲਵਾਰ ਲੈ ਕੇ ਖੜੇ ਹੋ ਗਏ ਨੇ। ਉਹ ਦੇਖ ਕਿਵੇਂ ਗਰਜ ਕੇ ਕਹਿ ਰਹੇ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਅਕਾਲ ਪੁਰਖ ਦਾ ਹੁਕਮ ਹੈ ਧਰਮ ਦੇ ਪ੍ਰਗਾਸ ਲਈ, ਦੁਸ਼ਟਾਂ ਦੇ ਨਾਸ ਲਈ, ਖਾਲਸਾ ਪੰਥ ਦੀ ਸਾਜਨਾ ਕਰਾਂ। ਓਏ ਅੱਗੇ ਵੀ ਤਾਂ ਸੁਣ ਕੀ ਕਹਿ ਰਹੇ ਨੇ। ਮੈਨੂੰ ਇੱਕ ਸੀਸ ਚਾਹੀਦਾ ਹੈ ਕੋਈ ਗੁਰੂ ਦਾ ਸਿੱਖ ਜੋ ਆਪਣਾ ਸੀਸ ਭੇਟ ਕਰੇ। ਓਏ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਸਿੱਖਾਂ ਦੀ ਖੈਰ ਨਹੀਂ ਹੁਣ। ਓਏ ਗੁਰੂ ਜੀ ਤਾਂ ਆਪ ਹੀ ਸੀਸ ਮੰਗਣ ਲੱਗ ਪਏ ਨੇ। ਚੁੱਪ ਕਰ, ਗੁਰੂ ਜੀ ਜੋ ਕਰਨਗੇ ਠੀਕ ਕਰਨਗੇ। ਕੋਈ ਨਹੀਂ ਉੱਠਿਆ ਸਿਰ ਦੇਣ ਨੂੰ, ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਉਹ ਦੇਖ ਇੱਕ ਸਿੱਖ ਉੱਠਿਆ ਹੈ। ਓਏ ਇਹ ਤਾਂ ਦਿਆ ਰਾਮ ਹੈ, ਲਾਹੌਰ ਵਾਲਾ ਖੱਤਰੀ। ਗੁਰੂ ਜੀ ਦੇ ਦੀਵਾਨ ਵਿੱਚ ਰੋਜ਼ ਕਥਾ ਸੁਣਨ ਆਇਆ ਕਰਦਾ ਹੈ। ਉਹ ਖੱਤਰੀ ਤਾਂ ਸਿਰ ਦੇਣਗੇ ਹੀ, ਉਹ ਇਹਨਾਂ ਦਾ ਧਰਮ ਜੋ ਲੜਨਾ ਮਰਨਾ ਹੈ। ਉਹ ਦੇਖ ਗੁਰੂ ਜੀ ਨੇ ਇਸ ਨੂੰ ਬਾਹ ਤੋਂ ਫੜਿਆ ਤੇ ਕਿਧਰੇ ਲੈ ਕੇ ਚੱਲੇ ਨੇ। ਤੰਬੂ 'ਚ ਲੈ ਕੇ ਚੱਲੇ ਨੇ, ਤੰਬੂ 'ਚ। ਤਲਵਾਰ ਚੱਲਣ ਦੀ ਆਵਾਜ਼ ਸੁਣੀ? ਹਾਂ ਉਹ ਦੇਖ ਗੁਰੂ ਜੀ ਤੰਬੂ 'ਚੋਂ ਬਾਹਰ ਨਿਕਲੇ ਨੇ, ਲਹੂ ਨਾਲ ਲਿਬੜੀ ਤਲਵਾਰ ਹੈ ਹੱਥ ਵਿੱਚ। ਹਾਂ ਬਈ ਤਲਵਾਰ ਤਾਂ ਲਹੂ ਨਾਲ ਲਿਬੜੀ ਹੋਈ ਹੈ। ਲੱਗਦਾ ਦਿਆ ਰਾਮ ਤਾਂ ਗਿਆ ਇਸ ਦੁਨੀਆ ਚੋਂ। ਓਏ ਗੁਰੂ ਜੀ ਤੇ ਭਰੋਸਾ ਰੱਖ, ਬਹਿ ਜਾ, ਜੋ ਕਰਨਗੇ ਠੀਕ ਹੀ ਕਰਨਗੇ। ਦੇਖ ਦੇਖ ਫੇਰ ਉਹੀ ਗੱਲ ਕਰ ਰਹੇ ਨੇ, ਉਹੀ ਗੱਲ ਕਰ ਰਹੇ ਨੇ। ਗੁਰੂ ਜੀ ਲਲਕਾਰ ਰਹੇ ਨੇ ਵੀ ਇੱਕ ਸੀਸ ਹੋਰ ਚਾਹੀਦਾ ਹੈ। ਉਹ ਦੇਖ ਧਰਮਦਾਸ ਉੱਠਿਆ, ਜੱਟ ਦਿੱਲੀ ਵਾਲਾ। ਹਾਂ ਉਸ ਨੂੰ ਵੀ ਗੁਰੂ ਜੀ ਅੰਦਰ ਲੈ ਗਏ ਨੇ ਤੰਬੂ 'ਚ। ਪਤਾ ਨਹੀਂ ਇਸ ਵਿਚਾਰੇ ਦਾ ਕੀ ਬਣੇਗਾ। ਉਹ ਗੁਰੂ ਦੀਆਂ ਗੁਰੂ ਹੀ ਜਾਣੇ। ਓਏ ਉਹ ਦੇਖੋ ਦੇਖ ਫਿਰ ਨਿਕਲੇ ਨੇ ਗੁਰੂ ਜੀ ਤੰਬੂ ਵਿੱਚੋਂ ਬਾਹਰ। ਤਲਵਾਰ ਵਿੱਚੋਂ ਤਾਂ ਲਹੂ ਚੋ ਰਿਹਾ ਹੈ। ਫੇਰ ਮੰਗ ਰਹੇ ਨੇ ਇੱਕ ਸਿਰ, ਲਲਕਾਰ ਰਹੇ ਨੇ ਕਿ ਮੈਨੂੰ ਇੱਕ ਸੀਸ ਹੋਰ ਚਾਹੀਦਾ ਹੈ। ਓਏ ਹਿੰਮਤ ਰਾਏ ਉੱਠਿਆ, ਜਗਨਨਾਥਪੁਰੀ ਵਾਲਾ, ਅਚੋਰ ਨੀਵੀਂ ਜਾਤ ਵਾਲਾ, ਇਹ ਵੀ ਗਿਆ ਜਹਾਨੂੰ। ਓਏ ਭਰੋਸਾ ਰੱਖ, ਗੁਰੂ ਸਮਰੱਥ ਹੈ, ਮਾਰੇ ਰਾਖੇ ਆਪੇ ਆਪ। ਹੈਂ ਇਹਨੂੰ ਵੀ ਬਾਹ ਤੋਂ ਫੜ ਕੇ ਲੈ ਗਏ ਨੇ ਗੁਰੂ ਜੀ ਅੰਦਰ। ਫੇਰ ਉਹੀ ਆਵਾਜ਼ ਆਈ ਹੈ ਤਲਵਾਰ ਚੱਲਣ ਦੀ। ਓਏ ਆਪੇ ਹੀ ਮਾਰਨ ਲੱਗ ਪਏ ਨੇ ਗੁਰੂ ਜੀ ਸਿੱਖਾਂ ਨੂੰ। ਉਹ ਸਿੱਖ ਨਹੀਂ ਬਚਦੇ ਹੁਣ। ਓਏ ਫੇਰ ਆ ਗਏ ਨੇ ਗੁਰੂ ਜੀ ਲਹੂ ਲਿਬੜੀ ਤਲਵਾਰ ਲੈ ਕੇ। ਇੱਕ ਸਿਰ ਹੋਰ ਮੰਗਣਗੇ। ਓਏ ਉਹ ਸੁਣ ਉਹੀ ਗੱਲ ਕਹਿ ਰਹੇ ਨੇ। ਓਏ ਉਹੀ ਗੱਲ ਦੁਹਰਾ ਰਹੇ ਨੇ, ਇੱਕ ਸੀਸ ਹੋਰ ਚਾਹੀਦਾ। ਐਤਕੀ ਨਹੀਂ ਉੱਠਦਾ ਕੋਈ। ਹੋ ਦੇਖ ਉਸ ਨੁੱਕਰ 'ਚ ਕੋਈ ਉੱਠਿਆ ਹੈ। ਓਏ ਤਾਂ ਦਵਾਰਕਾ ਦਾ ਮੋਹਕਮ ਚੰਦਾ। ਛਿੰਬਾ
ਸੁਣ ਤਾਂ ਸਹੀ ਕੀ ਕਹਿ ਰਿਹਾ ਹੋ। ਸੀਸ ਬੜੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀ ਜੈ। ਕਹਿੰਦਾ ਹੈ ਇਹ ਸੀਸ ਤਾਂ ਹੈ ਹੀ ਗੁਰੂ ਦਾ। ਲੈ ਉਹ ਸਾਹਿਬ ਚੰਦ ਨਾਈ ਵੀ ਉੱਠ ਖੜਾ ਹੋਇਆ। ਕਿਵੇਂ ਕਾਲੀ ਕਾਲੀ ਤੁਰਦਾ ਜਾ ਰਿਹਾ ਗੁਰੂ ਜੀ ਵੱਲ, ਜਿਵੇਂ ਪਿੱਛੇ ਹੀ ਰਹਿ ਗਿਆ ਹੋਵੇ। ਧੰਨ ਸਿੱਖੀ, ਧੰਨ ਗੁਰੂ ਕੇ ਸਿੱਖ। ਹੈ ਉਹ ਆ ਕੀ? ਪੰਜੇ ਦੇ ਪੰਜੇ ਸਿੱਖ ਬਾਹਰ ਆ ਗਏ ਨੇ। ਓਏ ਤਾਂ ਸਾਰੇ ਹੀ ਜਿਉਂਦੇ ਨੇ। ਗਾਤਰਿਆਂ ਵਿੱਚ ਤਲਵਾਰਾਂ ਲਮਕਰੀਆਂ ਨੇ। ਸਾਰਿਆਂ ਨੇ ਇੱਕੋ ਜਿਹੇ ਬਾਣੇ ਪਾਏ ਹੋਏ ਨੇ। ਢਿੱਲੀਆਂ ਦਸਤਾਰਾਂ ਮੜਾਸੇ ਲਾ ਦਿੱਤੇ ਨੇ। ਦੂਰੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ। ਕਿੰਨੇ ਸੋਹਣੇ ਲੱਗ ਰਹੇ ਨੇ, ਪਛਾਣੇ ਹੀ ਨਹੀਂ ਜਾਂਦੇ। ਹਾਂ, ਪੁਰਾਣੇ ਕੱਪੜੇ ਜੋ ਲਾ ਦਿੱਤੇ ਨੇ, ਪੁਰਾਣੇ ਵਿਚਾਰ ਵੀ ਨਵੇਂ ਚੋਲੇ ਪਾਲੇ ਨੇ। ਇਹ ਤਾਂ ਬਿਲਕੁਲ ਬਦਲ ਗਏ ਨੇ। ਸ਼ੇਰ ਲੱਗਦੇ ਨੇ, ਸ਼ੇਰ। ਚਲੋ ਭਾਈ ਆਪਾਂ ਵੀ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜੀਏ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। गुरु गोविंद होए प्रगटिया दसवें अवतारा, जिन अलख अपार निरंजना जपयो करतारा। निज पंथ चलायन खालसा कर तेज करारा। बोले सो निहाल। सत श्री अकाल। बोले सो निहाल। सत श्री अकाल। तब सहजे रचियो खालसा साबत मर्दाना। यूं उठे सिंह पबकार के सब जग डर पाना। ते सब दुष्टन को छेद के अकाल जपाना। बोले सो निहाल। सत श्री अकाल। बोले सो निहाल। सत श्री अकाल। तीसर पंथ चलायन बड़सूर गहेला। वाह वाह गोविंद सिंह आपे गुरु चेला। वाह वाह गोविंद सिंह आपे गुरु चेला। बोले सो निहाल। सत श्री अकाल। बोले सो निहाल। सत श्री अकाल। पी बहु पाहुल खंड तार होए तनम सुहेला। वाह वाह गोविंद सिंह आपे गुरु चेला। वाह वाह गोविंद सिंह आपे गुरु चेला। बोले सो निहाल। सत श्री अकाल। बोले सो निहाल। सत श्री अकाल। हजूर दा इकबाल बुलंद रहे। हाँ तो शेख, पंजाब दी की खबर है? खबर अच्छी नहीं है हजूर। पंजाब च गोबिंद सिंह दे पिछे लग के लोग बागी हुंदे जा रहे ने। गोबिंद सिंह? ओही गोबिंद सिंह हजूर जिस दे पिता तेग बहादुर नू हुकूमत दे खिलाफ आवाज उठान दे जुर्म च चांदनी चौक च कतल किया गया सी। तेग बहादुर दे दादे अर्जुन देव नू भी साडे दादा जान शहनशाह जहांगीर ने
ਬਗਾਵਤ ਦੇ ਦੋਸ਼ ਵਿੱਚ ਹੀ ਕਤਲ ਕੀਤਾ ਸੀ। ਜੀ ਹਜ਼ੂਰ, ਇਸ ਗੋਬਿੰਦ ਸਿੰਘ ਦੇ ਦਾਦੇ ਹਰਗੋਬਿੰਦ ਨੂੰ ਵੀ ਬਗਾਵਤ ਦੇ ਜੁਰਮ 'ਚ ਹੀ ਗਵਾਲੀਅਰ ਦੇ ਕਿਲੇ 'ਚ 12 ਸਾਲ ਜੇਲ੍ਹ ਕੱਟਣੀ ਪਈ ਸੀ। ਅਜੇ ਵੀ ਹਕੂਮਤ ਦੇ ਖਿਲਾਫ ਬਗਾਵਤ ਦੀ ਅੱਗ ਇਹਨਾਂ ਦੇ ਸੀਨੇ 'ਚ ਭੜਕ ਰਹੀ ਹੈ। ਬੜੇ ਜਿੱਦੀ ਕਿਸਮ ਦੇ ਲੋਕ ਨੇ ਹਜ਼ੂਰ। ਇਹ ਤਾਂ ਪੀੜ੍ਹੀਆਂ ਤੋਂ ਹੀ ਬਾਗੀ ਨੇ। ਹੁਣ ਤਾਂ ਗੋਬਿੰਦ ਸਿੰਘ ਨੇ ਪਤਾ ਨਹੀਂ ਕੀ ਘੋਲ ਕੇ ਪਿਲਾ ਦਿੱਤਾ ਹੈ। ਹਰ ਸਿੱਖ ਹੀ ਬਾਗੀ ਹੋ ਗਿਆ। ਹਕੂਮਤ ਦਾ ਜ਼ਰਾ ਵੀ ਖੌਫ ਨਹੀਂ ਰਿਹਾ ਇਹਨਾਂ ਨੂੰ। ਬਸ 5 ਸਿੱਖ ਇਕੱਠੇ ਹੁੰਦੇ ਨੇ, ਬਾਟੇ 'ਚ ਪਾਣੀ ਪਾ ਕੇ ਖੰਡੇ ਨਾਲ ਹਿਲਾਉਂਦੇ ਨੇ ਤੇ ਲੋਕਾਂ ਨੂੰ ਘੁੱਟ-ਘੁੱਟ ਪਿਲਾ ਦਿੰਦੇ ਨੇ ਤੇ ਕਹਿੰਦੇ ਨੇ ਅੰਮ੍ਰਿਤ ਹੈ ਅੰਮ੍ਰਿਤ। ਅੰਮ੍ਰਿਤ? ਆਬੇ ਹਯਾਤ ਹਜ਼ੂਰ, ਆਬੇ ਹਯਾਤ। ਆਬੇ ਹਯਾਤ ਪੀਂਦਿਆਂ ਸਾਰੀ ਲੋਕਾਂ ਦਾ ਡਰ ਭੈ ਸਭ ਖਤਮ ਹੋ ਜਾਂਦਾ ਹੈ। ਉਹ ਲਲਕਾਰੇ ਮਾਰਨ ਲੱਗਦੇ ਨੇ, ਜੈਕਾਰੇ ਗਜਾਉਣ ਲੱਗਦੇ ਨੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਕੀ ਬਦਤਮੀਜ਼ੀ ਹੈ? ਬਸ ਹਜ਼ੂਰ, ਪਿਛਲੇ 5 ਬਰਸ ਤੋਂ ਦੰਗਾ ਫਸਾਦ ਕਰਕੇ ਪੂਰੇ ਸ਼ਮਾਲੀ ਹਿੰਦੁਸਤਾਨ 'ਚ ਇਹਨਾਂ ਨੇ ਬਦਅਮਨੀ ਫੈਲਾ ਰੱਖੀ ਹੈ। ਨੀਵੀਆਂ ਜਾਤਾਂ ਵਾਲੇ, ਗਰੀਬ, ਭੁੱਖੇ ਨੰਗੇ ਲੋਕ ਜਿਨ੍ਹਾਂ ਕੋ ਖਾਣ ਨੂੰ ਰੋਟੀ ਨਹੀਂ, ਪਾਣ ਨੂੰ ਕੱਪੜਾ ਨਹੀਂ, ਮਰੀ ਚੱਕ ਕੇ ਸਿੰਘ ਬਣਦੇ ਜਾ ਰਹੇ ਨੇ। ਸਿੰਘ ਸਿੰਘ? ਸ਼ੇਰ ਜਨਾਬ, ਸ਼ੇਰ। ਸ਼ੇਰਾਂ ਵਾਂਗੋ ਗਰਜ ਰਹੇ ਨੇ ਤੇ ਲਲਕਾਰ ਰਹੇ ਨੇ ਹਕੂਮਤ ਦੇ ਹਿੰਦ ਨੂੰ। ਅੱਛਾ ਹਜ਼ੂਰ, ਜੋ ਭਗੌੜਾ ਹੈ, ਜੋ ਬਾਗੀ ਹੈ, ਜਿਸ ਦੀ ਹਕੂਮਤ ਨੂੰ ਤਲਾਸ਼ ਹੈ, ਸਭ ਸਿੰਘ ਬਣ ਕੇ ਗੁਰੂ ਦੇ ਨਾਲ ਰਲਦੇ ਜਾ ਰਹੇ ਨੇ। ਆਨੰਦਪੁਰ ਤਾਂ ਹਜ਼ੂਰ ਇਬਾਦਤ ਦੀ ਥਾਂ ਸੀ, ਇਹਨਾਂ ਨੇ ਬਗਾਵਤ ਦਾ ਅੱਡਾ ਬਣਾ ਦਿੱਤਾ ਹੈ। ਇਬਾਦਤਗਾਹ ਨੂੰ ਬਗਾਵਤ ਦਾ ਅੱਡਾ ਬਣਾ ਦਿੱਤਾ? ਜੀ ਹਜ਼ੂਰ, ਹੋਰ ਉੱਥੇ ਤਾਂ ਕਿਲੇ ਵੀ ਬਣਾ ਲਏ ਨੇ, ਕਿਲੇ। ਅੱਛਾ। ਹਜ਼ੂਰ, ਕਿਲਿਆਂ ਤੇ ਕੇਸਰੀ ਨਿਸ਼ਾਨ ਲਹਿਰਾ ਰਹੇ ਨੇ। ਨੀਲੀਆਂ ਪੀਲੀਆਂ ਪੱਗਾਂ ਵਾਲਿਆਂ ਦਾ ਹੜ ਆਇਆ ਹੋਇਆ ਹਜ਼ੂਰ, ਹੜ। ਹਥਿਆਰਬੰਦ ਸਿੱਖ ਘੋੜ ਸਵਾਰੀ ਕਰ ਰਹੇ ਨੇ, ਤਲਵਾਰਬਾਜ਼ੀ ਤੇ ਨੇਜ਼ੇਬਾਜ਼ੀ ਦੀ ਕਵਾਇਤ ਕਰ ਰਹੇ ਨੇ, ਅਸਲਾ ਤੇ ਬਾਰੂਦ ਵੀ ਇਕੱਠਾ ਕਰ ਰਹੇ ਨੇ। ਯਾਨੀ ਕਿ ਹਕੂਮਤ ਦੇ ਖਿਲਾਫ ਬਗਾਵਤ ਦੀ ਤਿਆਰੀ ਹੋ ਰਹੀ ਹੈ। ਜੀ ਹਜ਼ੂਰ, ਨਾਰੇ ਮਾਰੇ ਨੇ, ਨਾਰੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਪਹਾੜੀ ਰਾਜਿਆਂ ਨੂੰ ਤਾਂ ਭਾਜੜਾਂ ਪਾ ਦਿੱਤੀਆਂ, ਭਾਜੜਾਂ। ਕਈ ਰਾਜਿਆਂ ਨੂੰ ਤਾਂ ਹਜ਼ੂਰ ਇਹਨਾਂ ਨੇ ਮਾਰ ਵੀ ਦਿੱਤਾ ਹੈ। ਪਹਾੜੀ ਰਾਜਿਆਂ ਨੂੰ ਵੀ ਮਾਰ ਦਿੱਤਾ ਇਹਨਾਂ ਨੇ? ਜੀ ਹਜ਼ੂਰ, ਗੋਬਿੰਦ ਸਿੰਘ ਦੇ ਖਿਲਾਫ ਚਾੜੀਆਂ ਸਾਰੀਆਂ ਮੁਹਿੰਮਾਂ ਨਾਕਾਮਯਾਬ ਸਾਬਤ ਹੋ ਰਹੀਆਂ ਨੇ। ਅੱਛਾ। ਗੁਰੂ ਕਹਿੰਦਾ ਹੈ, ਮੈਂ ਇਹਨਾਂ ਗਰੀਬ ਸਿੱਖਾਂ ਨੂੰ ਰਾਜ ਦੇਣਾ, ਰਾਜ। इन गरीब सिखन को दू पातशाही, ये याद करे हमरी गुरियाई। अच्छा, ऐसे हालात पैदा हो गए ने, साडा राज खोण दे सुपने ले जा रहे ने। जी हजूर, हजूर ਤਾਂ ਇਹ ਕੱਚੀ ਬਲਾ ਹੈ, ਕੱਚੀ। ਹੁਣੇ ਹੀ ਦੱਬ ਦਿਓ, ਐਸਾ ਨਾ ਹੋਵੇ ਕਿਤੇ ਕੱਲ ਨੂੰ ਦਿੱਲੀ ਆ ਧਮਕੇ। ਕੱਲ ਤੱਕ ਜਿਹੜੇ ਲੋਕ ਮੇਰੀ ਰਿਆਇਆ ਸਨ, ਮੇਰੀ ਇੱਕ ਕੁਰਕੀ ਨਾਲ ਕੰਬ ਉੱਠਦੇ ਸਨ, ਅੱਜ ਉਹ ਸਿਰਾਂ ਤੇ ਪੱਗਾਂ ਬੰਨ ਕੇ ਸਰਦਾਰ ਕਹਾਉਣ ਲੱਗ ਪਏ ਨੇ, ਹਥਿਆਰ ਰੱਖ ਕੇ ਹਕੂਮਤ ਨੂੰ ਲਲਕਾਰਨ ਲੱਗ ਪਏ ਨੇ। ਭੇਡਾਂ ਆਪਣੇ ਨਾਂ ਨਾਲ ਸਿੰਘ ਲਾ ਕੇ ਸ਼ੇਰ ਤਾਂ ਨਹੀਂ ਬਣ ਸਕਦੀਆਂ ਨਾ, ਛੇਲੇ ਸ਼ੇਰ ਦੀ ਖੱਲ ਪਾ ਕੇ ਬਗਿਆੜ ਤਾਂ ਨਹੀਂ ਬਣ ਸਕਦੇ ਨਾ। ਬੋਲਿਆ ਹਕੂਮਤ ਦੀ ਤਾਕਤ ਦਾ ਅੰਦਾਜ਼ਾ ਸ਼ਾਇਦ ਇਹਨਾਂ ਨੂੰ ਹਲੇ ਹੈ ਨਹੀਂ। ਹਜ਼ੂਰ ਦੀ ਬਹਾਦਰ ਫੌਜ ਤਾਂ 2 ਦਿਨਾਂ 'ਚ ਹੀ ਗੋਬਿੰਦ ਸਿੰਘ ਨੂੰ ਮਸਲ ਕੇ ਰੱਖ ਦੇਗੀ। ਸ਼ੇਖ ਸੂਬਾ ਸਰਹੰਦ ਵਜ਼ੀਰ ਖਾਨ ਤੇ ਸ਼ਮਾਲੀ ਹਿੰਦੁਸਤਾਨ ਦੀ तमाम 10 ਲੱਖ ਮੁਗਲਿਆ ਫੌਜ ਦੇ ਨਾਂ ਹੁਕਮ ਜਾਰੀ ਕਰ ਦਿਓ, ਗੋਬਿੰਦ ਸਿੰਘ ਤੇ ਉਸ ਦੇ ਸਿੰਘਾਂ ਨੂੰ ਘੇਰੇ ਵਿੱਚ ਲੈ ਕੇ ਕੁਚਲ ਦਿੱਤਾ ਜਾਏ। ਆਬੇ ਹਯਾਤ, ਆਬੇ ਹਯਾਤ ਅੰਮ੍ਰਿਤ ਪੀ ਕੇ ਬਗਾਵਤ ਕਰਦੇ ਨੇ। ਮੈਂ ਨਾ ਬਾਗੀ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ। ਜੀ ਹਜ਼ੂਰ।